परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪਰਮੇਸ਼ਰ ਦੇ ਦੁਆਰਾ ਹੋਏ ਅਦਭੁਤ ਚੁਣਾਵ ਦੀ ਗਵਾਹੀ ਨੂੰ ਸੁਣਾਂਗੇ। ਇਹ ਗਵਾਹੀ ਸਿਸਟਰ ਕਮਲਜੀਤ ਕੌਰ ਦੀ ਹੈ, ਜੋ ਕਿ ਪਿੰਡ ਜਮਸ਼ੇਰ ਦੇ ਰਹਿਣ ਵਾਲੇ ਨੇ। ਸਿਸਟਰ ਦੱਸਦੇ ਨੇ ਕਿ 2019 ਦੇ ਵਿੱਚ ਪਰਮੇਸ਼ਰ ਨੇ ਉਹਨਾਂ ਨੂੰ ਪਾਪਾਂ ਭਰੀ ਜ਼ਿੰਦਗੀ ਦੇ ਵਿੱਚੋਂ ਚੁਣ ਲਿਆ। ਇਹ ਸੱਚਮੁੱਚ ਉਹਨਾਂ ਨੂੰ ਚੁਣ ਕੇ ਉਸ ਬੁਰੀ ਅਤੇ ਦੁੱਖਾਂ ਵਾਲੀ ਜ਼ਿੰਦਗੀ ਦੇ ਵਿੱਚੋਂ ਧੋਤਾ ਅਤੇ ਸ਼ੁੱਧ ਕੀਤਾ, ਸਾਫ਼ ਕੀਤਾ। ਉਹਨਾਂ ਦੇ ਧਰਮ ਨੂੰ ਨਹੀਂ ਪਰ ਉਹਨਾਂ ਦੇ ਮਨ ਨੂੰ ਬਦਲਿਆ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਕਾਫੀ ਮੁਸ਼ਕਿਲਾਂ ਮੁਸੀਬਤਾਂ ਦੇ ਸਫ਼ਰ ਦੇ ਵਿੱਚ ਚੱਲਦੇ ਚੱਲਦੇ ਜਦੋਂ ਪ੍ਰਾਰਥਨਾਵਾਂ ਸੁਣਨ ਲੱਗੇ, ਵਚਨਾਂ ਨੂੰ ਸੁਣਨ ਲੱਗੇ ਔਰ ਆਪਣੇ ਮੂੰਹ ਦੇ ਨਾਲ ਪਰਮੇਸ਼ਰ ਦਾ ਅੰਗੀਕਾਰ ਕੀਤਾ ਔਰ ਖੁਦ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾਵਾਂ ਕੀਤੀਆਂ, ਆਪਣੇ ਦੁੱਖਾਂ ਪਰੇਸ਼ਾਨੀਆਂ ਦੇ ਲਈ, ਤਾਂ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ ਦੇ ਉੱਤੇ ਫਤਿਹ ਪਾਈ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਗੋਡਿਆਂ ਦੇ ਵਿੱਚ ਗੈਪ ਪੈ ਗਿਆ ਸੀ। ਜਦੋਂ ਉਹਨਾਂ ਨੇ ਪ੍ਰੇਅਰ ਕੀਤੀ ਔਰ ਵਚਨ ਨੂੰ ਸੁਣਨਾ ਸ਼ੁਰੂ ਕੀਤਾ, ਪਰਮੇਸ਼ਰ ਨੇ ਉਹਨਾਂ ਨੂੰ ਉਸ ਗੋਡਿਆਂ ਦੇ ਗੈਪ ਤੋਂ ਆਜ਼ਾਦ ਕੀਤਾ। ਔਰ ਸਿਸਟਰ ਦੱਸਦੇ ਨੇ ਕਿ 11 ਸਾਲ ਤੋਂ ਉਹਨਾਂ ਨੂੰ ਬਵਾਸੀਰ ਦਾ ਰੋਗ ਸੀ। ਕਾਫੀ ਦਵਾਈਆਂ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਸੀ ਮਿਲ ਰਿਹਾ। ਪਰਮੇਸ਼ਰ ਨੇ ਉਹਨਾਂ ਨੂੰ ਇਸ 11 ਸਾਲ ਦੇ ਰੋਗ ਤੋਂ ਬਿਲਕੁਲ ਨਿਜਾਤ ਦਿੱਤੀ। ਸਿਸਟਰ ਦੱਸਦੇ ਨੇ ਕਿ 2019 ਵੇਲੇ ਉਹਨਾਂ ਨੇ ਪਰਮੇਸ਼ਰ ਨੂੰ ਅਸੈਪਟ ਕੀਤਾ, ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ, ਪ੍ਰਭੂ ਨੇ ਉਹਨਾਂ ਨੂੰ ਅਲੱਗ ਕੀਤਾ ਔਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਿਸਟਰ ਦੱਸਦੇ ਨੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਕੱਖਾਂ ਦੇ ਵਿੱਚੋਂ ਕੱਢ ਕੇ ਲੱਖਾਂ ਦੇ ਵਿੱਚ ਕਰ ਦਿੱਤਾ। ਸਿਸਟਰ ਦੱਸਦੇ ਨੇ ਕਿ ਜਦੋਂ ਇੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਰਹਿੰਦੇ ਸਨ ਤਾਂ ਉਹ ਬਹੁਤ ਨਿੱਕਾ ਮੋਟਾ ਕੰਮ 300 ਰੁਪਏ ਦਿਹਾੜੀ 'ਤੇ ਕੰਮ ਕਰਦੇ ਸਨ ਔਰ ਬੜੀ ਮੁਸ਼ਕਿਲ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਪਰ ਪਰਮੇਸ਼ਰ ਨੇ ਉਹਨਾਂ ਨੂੰ ਬਾਹਰ ਦੇ ਰਾਸਤੇ ਖੋਲ੍ਹੇ ਅਤੇ ਉਹਨਾਂ ਨੂੰ ਬਾਹਰ ਦੀ ਕੰਟਰੀ ਦੇ ਨਾਲ, ਵੀਜ਼ਾ ਦੇ ਨਾਲ ਬਲੈਸ ਕੀਤਾ ਔਰ ਜਿੱਥੇ ਰਹਿ ਕੇ ਸਿਸਟਰ ਅੱਜ ਵੀ ਪੂਰੇ ਦਿਲ ਤੋਂ ਪਰਮੇਸ਼ਰ ਦੇ ਨਾਲ ਭਗਤੀ ਭਾਵਨਾ ਦੇ ਨਾਲ ਜੁੜੇ ਹੋਏ ਨੇ। ਔਰ ਸਭ ਤੋਂ ਵੱਡੀ ਗਵਾਹੀ ਸਿਸਟਰ ਦੀ ਹੈ, ਦੱਸਦੇ ਨੇ ਕਿ ਉਹ ਬਿਲਕੁਲ ਪੜ੍ਹੇ ਲਿਖੇ ਨਹੀਂ ਹਨ। ਉਹ ਪੰਜਾਬੀ ਪੜ੍ਹ ਨਹੀਂ ਸੀ ਪਾਉਂਦੇ ਕਿਉਂਕਿ ਉਹ ਪੜ੍ਹੇ ਨਹੀਂ ਸਨ, ਪਰ ਉਹਨਾਂ ਦੇ ਮਨ ਦੇ ਵਿੱਚ ਵਚਨ ਨੂੰ ਪੜ੍ਹਨ ਦੀ ਇੰਨੀ ਚਾਹਤ ਸੀ ਕਿ ਜਦੋਂ ਉਹ ਵਚਨ ਸੁਣਦੇ ਸੀ ਤਾਂ ਕਹਿੰਦੇ ਮੇਰੇ ਦਿਲ ਦੇ ਵਿੱਚ ਇਹ ਕਾਹਲ ਪੈਂਦੀ ਸੀ ਕਿ ਪ੍ਰਭੂ ਮੈਂ ਵੀ ਪੜ੍ਹਨਾ ਚਾਹੁੰਦੀ ਹਾਂ। ਤਾਂ ਉਹਨਾਂ ਨੇ ਸਿਰਫ ਸੁਣ ਕੇ ਤੇ ਇੱਕ ਇੱਕ ਅੱਖਰ ਜੋੜ ਕੇ ਬਾਈਬਲ ਨੂੰ ਜਦੋਂ ਪੜ੍ਹਨਾ ਸ਼ੁਰੂ ਕੀਤਾ ਤਾਂ ਸਿਸਟਰ ਦੱਸਦੇ ਨੇ ਕਿ ਅੱਜ ਉਹ ਚੰਗੇ ਤਰੀਕੇ ਨਾਲ ਬਾਈਬਲ ਪੜ੍ਹ ਪਾਉਂਦੇ ਨੇ। ਭਾਵੇਂ ਅੱਖਰ ਜੋੜ ਕੇ ਪੜ੍ਹਦੇ ਨੇ ਪਰ ਉਹਨਾਂ ਨੂੰ ਕਲਾਮ ਦੀ ਸਮਝ ਆਉਂਦੀ ਆ। ਪਰ ਜਿਸ ਤਰ੍ਹਾਂ ਮੈਂ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ, ਸੱਚਮੁੱਚ ਸਿਸਟਰ ਨੇ ਪਰਮੇਸ਼ਰ ਦੇ ਕਲਾਮ ਨੂੰ ਆਤਮਿਕ ਤੌਰ 'ਤੇ ਰਿਸੀਵ ਕੀਤਾ ਔਰ ਪਰਮੇਸ਼ਰ ਨੇ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਨੂੰ ਬਦਲਿਆ, ਉਹਨਾਂ ਦੇ ਦਿਲ ਨੂੰ ਬਦਲਿਆ, ਉਹਨਾਂ ਦੇ ਮਨ ਨੂੰ ਬਦਲਿਆ। ਔਰ ਮੈਂ ਦੁਆ ਕਰਾਂਗੀ ਕਿ ਪਰਮੇਸ਼ਰ ਹਰ ਇੱਕ ਭੈਣ ਭਾਈ ਦੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਹੀ ਬਦਲਣ। ਦੂਸਰੀ ਗਵਾਹੀ ਸਿਸਟਰ ਸੁਖਜੀਤ ਕੌਰ ਦੀ ਹੈ, ਜੋ ਕਿ 46 ਸਾਲ ਦੇ ਨੇ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਬੇਟੇ ਨੂੰ 6-7 ਦਿਨ ਤੋਂ ਬਹੁਤ ਜ਼ਿਆਦਾ ਬੁਖਾਰ ਹੁੰਦਾ ਸੀ, ਕੰਬ ਕੇ ਬੁਖਾਰ ਚੜ੍ਹਦਾ ਸੀ ਔਰ ਉਹਨਾਂ ਕੋਲੇ ਪੈਸੇ ਦੀ ਪ੍ਰੋਬਲਮ ਹੋਣ ਕਰਕੇ ਉਹਨਾਂ ਨੂੰ ਹਸਪੀਟਲ ਨਹੀਂ ਸਨ ਲਿਜਾ ਸਕਦੇ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਬੇਟੇ ਨੂੰ ਇੰਨੀ ਜ਼ਿਆਦਾ ਤਕਲੀਫ ਸੀ ਕਿ ਉਹ ਰੋ ਕੇ ਕਹਿੰਦਾ ਸੀ ਕਿ ਮੈਨੂੰ ਕੁਝ ਹੋ ਜਾਏਗਾ, ਮੈਨੂੰ ਬਚਾ ਲਓ। ਪਰ ਉਹਨਾਂ ਕੋਲੇ ਪੈਸੇ ਦੀ ਕਮੀ ਹੋਣ ਕਰਕੇ ਸਿਸਟਰ ਬਹੁਤ ਜ਼ਿਆਦਾ ਪਰੇਸ਼ਾਨ ਸਨ। ਪਰ ਉਹਨਾਂ ਨੇ ਆਪਣੇ ਵਿਸ਼ਵਾਸ ਨੂੰ ਪਰਮੇਸ਼ਰ ਵੱਲ ਵਧਾਇਆ। ਦਿਲ ਤੋਂ ਉਹਨਾਂ ਨੇ ਖੁਦਾ ਦੀ ਹਜ਼ੂਰੀ ਦੇ ਵਿੱਚ ਵਰਤ ਦੇ ਸਮੇਂ ਦੇ ਵਿੱਚ ਪ੍ਰਾਰਥਨਾ ਕੀਤੀ। ਸਿਸਟਰ ਨੇ ਫਾਸਟਿੰਗ ਕੀਤੀ ਔਰ ਉਹਦੇ ਵਿੱਚ ਪ੍ਰਾਰਥਨਾ ਕੀਤੀ ਤਾਂ ਉਸ ਵਰਤ ਦੇ ਸਮੇਂ ਦੇ ਵਿੱਚ ਦਿੱਤੀ ਹੋਈ ਦੁਹਾਈ ਨੂੰ ਪਰਮੇਸ਼ਰ ਨੇ ਸੁਣਿਆ ਅਤੇ ਉਹਨਾਂ ਦੇ ਬੇਟੇ ਨੂੰ ਇਸ ਬਿਮਾਰੀ ਤੋਂ ਆਜ਼ਾਦ ਕੀਤਾ। ਸਿਸਟਰ ਦੱਸਦੇ ਨੇ ਕਿ ਉਹਨਾਂ ਦਾ ਬੇਟਾ ਨਸ਼ਾ ਛੱਡਣ ਵਾਲੀ ਮੈਡੀਸਨ ਲੈ ਰਿਹਾ ਸੀ ਔਰ ਉਹਦੇ ਤੋਂ ਵੀ ਛੁਟਕਾਰਾ ਨਹੀਂ ਸੀ ਪੈ ਰਿਹਾ। ਪਰ ਇਸ ਵਰਤ ਦੇ ਸਮੇਂ ਦੇ ਵਿੱਚ ਸਿਸਟਰ ਨੇ ਖਾਸ ਤੌਰ 'ਤੇ ਆਪਣੇ ਬੇਟੇ ਦੇ ਨਸ਼ਾ ਛੱਡਣ ਦੇ ਲਈ ਦੁਆ ਕੀਤੀ ਔਰ ਉਹ ਮੈਡੀਸਨ ਤੋਂ ਵੀ ਉਹਨਾਂ ਨੇ ਛੁਟਕਾਰਾ ਪਾਇਆ। ਔਰ ਸਿਸਟਰ ਦੱਸਦੇ ਨੇ ਕਿ ਬਚਪਨ ਤੋਂ ਹੀ ਉਹਨਾਂ ਦੇ ਹੱਥਾਂ ਦਾ ਮਾਸ ਲੈ ਜਾਂਦਾ ਸੀ। ਉਹ ਪਾਣੀ ਵਿੱਚ ਕੰਮ ਨਹੀਂ ਸਨ ਕਰ ਪਾਉਂਦੇ। ਉਹਨਾਂ ਦੇ ਨਹੁੰ ਸੀ ਜੋ ਉਹ ਭਰ ਜਾਂਦੇ ਸੀਗੇ, ਸੁੱਕ ਜਾਂਦੇ ਸੀ ਅਤੇ ਉਹਨਾਂ ਦੇ ਨਹੁੰਆਂ ਦੇ ਉੱਤੇ ਮਾਸ ਗਲ ਜਾਂਦਾ ਸੀ। ਪਰ ਵਰਤ ਦੇ ਸਮੇਂ ਦੇ ਵਿੱਚ ਖਾਸ ਤੌਰ 'ਤੇ ਇਸ ਪ੍ਰੋਬਲਮ ਦੇ ਲਈ ਦੁਆ ਕੀਤੀ ਔਰ ਪਰਮੇਸ਼ਰ ਨੇ ਉਹਨਾਂ ਨੂੰ ਇਹਨਾਂ ਸਾਰੀ ਪ੍ਰੋਬਲਮਸ ਤੋਂ ਆਜ਼ਾਦ ਕੀਤਾ। ਅੱਜ ਦੇ ਦਿਨ ਦੀਆਂ ਸਾਰੀਆਂ ਗਵਾਹੀਆਂ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ।
ਅੱਜ ਦੇ ਵਚਨ ਦੇ ਟਾਈਟਲ ਨੂੰ ਅਸੀਂ ਪੜ੍ਹਿਆ। ਵਚਨ ਦਾ ਟਾਈਟਲ ਸਾਨੂੰ ਕੀ ਕਹਿੰਦਾ ਕਿ ਕੀ ਹਰ ਮਸੀਹੀ ਨੂੰ ਚਰਚ ਜਾਣਾ ਜ਼ਰੂਰੀ ਆ। ਕਿ ਇੱਕ ਮਸੀਹੀ ਪਰਸਨ ਜਦੋਂ ਮਸੀਹ ਨੂੰ ਗ੍ਰਹਿਣ ਕਰ ਲੈਂਦਾ ਜਾਂ ਫਿਰ ਮਸੀਹ ਉਹਨੂੰ ਚੁਣ ਲੈਂਦਾ ਤਾਂ ਕੀ ਉਸ ਪਰਸਨ ਨੂੰ ਚਰਚ ਜਾਣਾ ਜ਼ਰੂਰੀ ਆ, ਕਿ ਚਰਚ ਬਿਲਡਿੰਗ ਦੇ ਵਿੱਚ ਜਾਣਾ, ਹਰ ਸੰਡੇ ਹੀ ਜਾਣਾ, ਕੀ ਇਹ ਜ਼ਰੂਰੀ ਹੈ? ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ। ਰਸੂਲਾਂ ਦੀ ਕਿਤਾਬੋਂ ਦੇ 17 ਨੰਬਰ ਅਧਿਆਇ ਦੀ 24 ਔਰ 25 ਨੰਬਰ ਆਇਤ ਨੂੰ। ਉਹ ਪਰਮੇਸ਼ਰ ਜਿਸ ਨੇ ਸੰਸਾਰ ਅਤੇ ਜੋ ਕੁਝ ਉਹਦੇ ਵਿੱਚ ਹੈ ਰਚਿਆ ਹੈ, ਉਹ ਆਕਾਸ਼ ਅਤੇ ਧਰਤੀ ਦਾ ਮਾਲਿਕ ਹੋ ਕੇ ਉਹ ਹੱਥ ਦੇ ਬਣਾਏ ਮੰਦਰਾਂ ਵਿੱਚ ਨਹੀਂ ਵਸਦਾ ਹੈ ਅਤੇ ਨਾ ਉਹਨੂੰ ਕਿਸੇ ਚੀਜ਼ ਤੋਂ ਥੋੜ ਹੈ, ਨਾ ਉਹ ਮਨੁੱਖਾਂ ਦੇ ਹੱਥੋਂ ਸੇਵਾ ਕਰਵਾਉਂਦਾ ਹੈ, ਕਿਉਂ ਜੋ ਉਹ ਖੁਦ ਹੀ ਸਭਨਾਂ ਲਈ ਜ਼ਿੰਦਗੀ, ਸਾਹ ਅਤੇ ਸਭ ਕੁਝ ਦਿੰਦਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਚਰਚ ਕੀ ਆ। ਚਰਚ ਇੱਕ ਬਿਲਡਿੰਗ ਆ ਜਿਹੜੀ ਇਨਸਾਨ ਦੇ ਹੱਥ ਦੇ ਦੁਆਰਾ ਬਣਾਈ ਗਈ ਹੈ। ਔਰ ਪਰਮੇਸ਼ਰ ਕਹਿੰਦਾ ਕਿ ਤੁਹਾਡਾ ਸਰੀਰ ਕੀ ਆ। ਸਾਡਾ ਸਰੀਰ ਇੱਕ ਉਹ ਬਿਲਡਿੰਗ ਆ ਜਿਹੜੀ ਪਰਮੇਸ਼ਰ ਦੇ ਹੱਥਾਂ ਦੇ ਦੁਆਰਾ ਬਣਾਈ ਗਈ ਆ। ਤਾਂ ਹੁਣ ਇਹ ਦੋ ਬਿਲਡਿੰਗਾਂ ਸਾਡੇ ਸਾਹਮਣੇ ਆ, ਇੱਕ ਜਿਹੜੀ ਪਰਮੇਸ਼ਰ ਨੇ ਆਪਦੇ ਹੱਥਾਂ ਨਾਲ ਬਣਾਈ ਆ ਔਰ ਇੱਕ ਅਸੀਂ ਆਪਣੇ ਹੱਥਾਂ ਨਾਲ ਬਣਾਈ ਆ। ਹੁਣ ਇਹਨਾਂ ਦੋ ਬਿਲਡਿੰਗਸ ਦੇ ਵਿੱਚੋਂ ਸਾਨੂੰ ਕਿਹੜੀ ਜ਼ਿਆਦਾ ਉੱਤਮ ਲੱਗਦੀ ਆ? ਜੇ ਅਸੀਂ ਸੰਸਾਰ ਦੇ ਵਿੱਚ ਰਹਿ ਰਹੇ ਹਾਂ ਤੇ ਸੰਸਾਰਿਕ ਰੀਤੀ ਨਾਲ ਵੇਖੀਏ ਤਾਂ ਸਾਨੂੰ ਆਪਣਾ ਸਰੀਰ ਐਵੇਂ ਹੀ ਲੱਗਦਾ। ਸਾਨੂੰ ਲੱਗਦਾ ਕਿ ਜੋ ਹੋ ਗਿਆ ਹੋ ਗਿਆ, ਪਰ ਜੋ ਅਸੀਂ ਬਣਾਤਾ ਉਹ ਮਹਾਨ ਆ, ਜੋ ਅਸੀਂ ਕਰ ਲਿਆ ਉਹ ਵੱਡਾ ਆ, ਜੋ ਮੈਂ ਬਣਾਤਾ ਉਹ ਕੋਈ ਕਰ ਨਹੀਂ ਸਕਦਾ। ਸਾਡੇ ਮਨ 'ਚ ਕੀ ਹੈ? ਮੈਂ, ਮੇਰੀ ਚਰਚ ਸਭ ਤੋਂ ਵੱਡੀ ਆ, ਮੈਂ ਸਭ ਤੋਂ ਵੱਧ ਲੋਕਾਂ ਨੂੰ ਪ੍ਰਚਾਰ ਦਿੰਦਾ, ਮੇਰੇ ਕੋਲ 10 ਲੱਖ ਬੰਦਾ ਆਉਂਦਾ, ਮਤਲਬ ਮੇਰੀ ਚਰਚ ਵਰਲਡ ਦੀ ਟੌਪ 'ਤੇ ਚਰਚ ਆ। ਉਹ ਕੀ ਹੈ ਸਾਡੇ ਅੰਦਰ ਕਿ ਜੋ ਮੈਂ ਬਣਾਇਆ ਉਹ ਉੱਤਮ ਆ, ਪਰ ਅਸੀਂ ਉਸ ਵੇਲੇ ਪ੍ਰਭੂ ਦੇ ਬਣਾਏ ਨੂੰ ਕੀ ਕਰ ਦਿੰਦੇ? ਛੋਟਾ ਕਰ ਦਿੰਦੇ। ਉਸ ਵੇਲੇ ਕੀ ਕਰ ਦਿੰਦੇ? ਨੀਵਾਂ ਕਰ ਦਿੰਦੇ, ਤੁਸ਼ ਕਰ ਦਿੰਦੇ ਔਰ ਕੀ ਕਹਿੰਦੇ ਜੋ ਅਸੀਂ ਬਣਾਇਆ ਉਹ ਉੱਤਮ ਆ। ਪਰ ਪਰਮੇਸ਼ਰ ਕਹਿੰਦਾ ਵੀ ਕਿਤੇ ਵਹਿਮ 'ਚ ਨਾ ਰਹਿ ਜਿਓ। ਵਚਨ ਸਾਨੂੰ ਕੀ ਦੱਸਦਾ ਕਿ ਪਰਮੇਸ਼ਰ ਜਿਸ ਨੇ ਸੰਸਾਰ ਤੇ ਜੋ ਕੁਝ ਵੀ ਆਇਆ ਉਹਨੇ ਰਚਿਆ। ਅਸੀਂ ਕੀ ਬਣਾਇਆ? ਇੱਕ ਬਿਲਡਿੰਗ। ਪਰਮੇਸ਼ਰ ਨੇ ਕੀ ਬਣਾਇਆ? ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਆਇਆ। ਔਰ ਕਹਿੰਦਾ ਉਹ ਆਕਾਸ਼ ਅਤੇ ਧਰਤੀ ਦਾ ਮਾਲਕ ਆ। ਉਹ ਕੌਣ ਆ? ਉਹ ਆਕਾਸ਼ ਅਤੇ ਧਰਤੀ ਦਾ ਮਾਲਕ। ਆਕਾਸ਼ ਦਾ ਕੋਨਾ ਕੋਨਾ ਔਰ ਧਰਤੀ ਦਾ ਰੇਤ ਦਾ ਇੱਕ ਦਾਣਾ ਵੀ ਉਸ ਪਰਮੇਸ਼ਰ ਦਾ ਆ। ਇੱਕ ਦਾਣੇ ਤੇ ਵੀ ਅਸੀਂ ਅਧਿਕਾਰ ਨਹੀਂ ਦੱਸ ਸਕਦੇ ਵੀ ਇਹ ਸਾਡਾ, ਤੇ ਉਹ ਪਰਮੇਸ਼ਰ ਦਾ ਹੈ। ਅਗਰ ਕੋਈ ਸਾਡੇ ਹੀ ਖਰੀਦੇ ਹੋਏ ਪਲਾਟ ਦੇ ਵਿੱਚ ਸਾਨੂੰ ਘਰ ਬਣਾ ਕੇ ਦੇ ਦੇਵੇ ਔਰ ਕਵੇ ਵੀ ਮੈਂ ਬਣਾਤਾ, ਤੂੰ ਬਣਾ ਨਹੀਂ ਸੀ ਸਕਦਾ, ਤਾਂ ਕੀ ਅਸੀਂ ਕਵਾਂਗੇ ਵੀ ਜੇ ਇਹ ਪਲਾਟ ਮੈਂ ਤੈਨੂੰ ਨਾ ਦਿੰਦਾ ਤੂੰ ਕਿੱਦਾਂ ਘਰ ਬਣਾ ਲੈਂਦਾ? ਉਸੇ ਤਰ੍ਹਾਂ ਪਰਮੇਸ਼ਰ ਕੀ ਕਹਿੰਦਾ ਕਿ ਇਹ ਧਰਤੀ, ਇਸ ਧਰਤੀ ਤੇ ਆਈਆਂ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦਿੱਤੀਆਂ ਆ। ਪਰਮੇਸ਼ਰ ਕਹਿ ਸਕਦਾ ਕਿ ਮੈਂ ਦਿੱਤੀਆਂ ਕਿਉਂਕਿ ਉਹਨੇ ਦਿੱਤੀਆਂ, ਪਰ ਇੱਕ ਇਨਸਾਨ ਆਪਣੇ ਅੰਦਰ ਇਹ ਮੈਂ ਨੂੰ ਨਹੀਂ ਲਿਆ ਸਕਦਾ ਕਿਉਂਕਿ ਇਨਸਾਨ ਨੇ ਆਪਣੇ ਹੱਥਾਂ ਨਾਲ ਕੁਛ ਨਹੀਂ ਬਣਾਇਆ। ਵਚਨ ਸਾਨੂੰ ਦੱਸਦਾ ਕਿ ਇਨਸਾਨ ਦੇ ਬਣਾਉਣ ਤੋਂ ਵੀ ਪਹਿਲਾਂ ਪਰਮੇਸ਼ਰ ਨੇ ਉਹ ਚੀਜ਼ਾਂ ਬਣਾਤੀਆਂ ਸੀ ਜਿਹਦੀ ਇਨਸਾਨ ਨੂੰ ਲੋੜ ਆ। ਇਟ ਮੀਨਸ ਕਿ ਜੋ ਕੁਛ ਵੀ ਆਕਾਸ਼ ਤੇ ਧਰਤੀ ਦੇ ਉੱਤੇ ਆ ਉਹ ਪਰਮੇਸ਼ਰ ਨੇ ਪਹਿਲਾਂ ਹੀ ਬਣਾ ਦਿੱਤਾ ਸੀ, ਸਾਡੇ ਬਣਾਉਣ ਤੋਂ ਪਹਿਲਾਂ। ਇਹਦਾ ਮਤਲਬ ਸਾਨੂੰ ਬਣਿਆ ਬਣਾਇਆ ਮਿਲਿਆ ਆ। ਔਰ ਕਹਿੰਦਾ ਕਿ ਮੈਂ ਆਕਾਸ਼ ਤੇ ਧਰਤੀ ਦਾ ਮਾਲਕ ਆ। ਜਿਹੜਾ ਮਾਲਕ ਆ ਕਿ ਅਸੀਂ ਇੱਕ ਚਲੋ ਫਿਰ ਪਲਾਟ ਦੀ ਗੱਲ ਕਰਦੇ, ਇੱਕ ਪਲਾਟ ਆ, ਇੱਕ 10 ਮਰਲੇ ਹੀ ਲਾ ਲਓ, ਬਹੁਤ ਥੋੜ੍ਹੀ ਜਿਹੀ ਜਗ੍ਹਾ 'ਚ ਲਾ ਲਓ ਵੀ ਇੱਕ 10 ਮਰਲੇ ਦਾ ਮਾਲਕ ਬੰਦਾ ਪੂਰਾ, ਤੇ ਅਸੀਂ ਉਹਨੂੰ 1 ਮਰਲੇ ਦਾ ਹਿੱਸਾ ਦੇ ਕੇ ਕਹੀਏ ਵੀ ਤੂੰ ਖੁਸ਼ ਰਹਿ, ਸੀ ਤੇਰੇ ਲਈ ਬਹੁਤ ਵੱਡਾ ਕੰਮ ਕਰ ਦਿੱਤਾ, ਤਾਂ ਕੀ ਉਹ ਉਹਨੇ ਕੁ ਵਿੱਚ ਇਨਫ ਰਹੇਗਾ? ਕਿ ਉਹ ਖੁਸ਼ ਹੋਏਗਾ ਉਹਨੇ ਕੁ ਵਿੱਚ? ਕਿ ਉਹ ਕਹੇਗਾ ਵੀ ਹਾਂ ਮੇਰਾ ਹੀ 10 ਮਰਲੇ ਦਾ ਪਲਾਟ ਤਾਂ ਮੇਰਾ ਹੀ ਸੀ, ਚੱਲ ਜੇ ਤੂੰ 1 ਵੀ ਮਰਲਾ ਦੇਤਾ ਮੈਂ ਬਹੁਤ ਖੁਸ਼ ਹਾਂ। ਜਿਹਦਾ 10 ਦਾ 10 ਹੀ ਜਿਹਦਾ ਆਪਣਾ ਆ ਉਹ 1 'ਚ ਕਿਉਂ ਖੁਸ਼ ਹੋਏਗਾ? ਜਿਹਦੀ ਪੂਰੀ ਧਰਤੀ ਉਹਦੀ ਆਪਣੀ ਆ, ਪੂਰੀ ਧਰਤੀ ਦਾ ਉਹਦਾ ਅਧਿਕਾਰ ਆ, ਉਹਦਾ ਕਬਜ਼ਾ ਆ, ਉਹਦਾ ਵਾਸ ਆ, ਕੀ ਉਹ ਇੱਕ ਛੋਟੀ ਜਿਹੀ ਬਿਲਡਿੰਗ ਦੇ ਵਿੱਚ ਬੈਠਾ ਰਹੇਗਾ? ਕਿ ਉਹ ਸਿਰਫ ਇੰਤਜ਼ਾਰ ਕਰੇਗਾ ਵੀ ਕੋਈ ਇੱਥੇ ਆਵੇ ਤਾਂ ਮੈਂ ਉਹਦੀ ਫੇਰ ਹੀ ਸੁਣਾ, ਨਹੀਂ ਤਾਂ ਮੇਰੇ ਕੰਨ ਬੋਲੇ ਆ? ਜਾਂ ਉਹ ਕੈਦੀ ਆ ਵੀ ਉਸ ਬਿਲਡਿੰਗ ਦੇ ਵਿੱਚ ਕੈਦ ਹੋ ਕੇ ਬੈਠਾ, ਬਈ ਉੱਥੋਂ ਬਾਹਰ ਨਿਕਲ ਕੇ ਨਾ ਤਾਂ ਉਹ ਜਾ ਸਕਦਾ, ਨਾ ਉਹਨੂੰ ਬਾਹਰਲਿਆਂ ਦੀ ਆਵਾਜ਼ ਸੁਣਦੀ ਆ। ਜਿਹੜਾ ਉਸ ਇਮਾਰਤ 'ਚ ਆਏਗਾ ਉਸੇ ਦੀ ਮੈਂ ਸੁਣਾਂਗਾ ਤੇ ਉਹੀ ਮੈਨੂੰ ਪੁਕਾਰ ਸਕਦਾ ਆ, ਤਾਂ ਉਹਦੇ ਬਿਨਾਂ ਕੋਈ ਮਰਜ਼ੀ ਬੋਲੀ ਜਾਵੇ, ਪੁਕਾਰੀ ਜਾਵੇ, ਮੈਨੂੰ ਨਹੀਂ ਸੁਣਦਾ। ਵਚਨ ਕਹਿੰਦਾ, ਪਰਮੇਸ਼ਰ ਕਹਿੰਦਾ ਵੀ ਮੈਂ ਆਕਾਸ਼ ਤੇ ਧਰਤੀ ਦਾ ਕੀ ਆ? ਮਾਲਕ ਆ। ਧਰਤੀ ਦਾ ਕੋਨਾ ਕੋਨਾ, ਆਕਾਸ਼ ਦਾ ਕੋਨਾ ਕੋਨਾ, ਧਰਤੀ ਦਾ ਇੱਕ ਰੇਤ ਦਾ ਦਾਣਾ ਵੀ, ਤੁਹਾਡੇ ਸਿਰ ਦਾ ਇੱਕ ਇੱਕ ਵਾਲ ਮੇਰਾ ਆ। ਔਰ ਮੇਰੀ ਮਰਜ਼ੀ ਆ ਕਿ ਮੈਂ ਜਿੱਥੇ ਮਰਜ਼ੀ ਜਾਵਾਂ, ਜਿੱਥੇ ਮਰਜ਼ੀ ਬੈਠਾਂ, ਜਿੰਦੀ ਮਰਜ਼ੀ ਸੁਣਾ, ਹਰ ਵੇਲੇ ਸਭ ਦੀ ਸੁਣਾ। ਸਿਰਫ ਚਰਚ ਦੀ ਬਿਲਡਿੰਗ ਦੇ ਵਿੱਚ ਕਹਿੰਦਾ ਮੈਂ ਕੀ ਆ? ਨਹੀਂ ਵਸਦਾ। ਕੀ ਕਹਿੰਦਾ? ਤੁਹਾਡੇ ਹੱਥ ਦੇ ਬਣਾਏ ਮੰਦਰਾਂ 'ਚ ਮੈਂ ਨਹੀਂ ਵਸਦਾ।
ਮੈਨੂੰ ਨਹੀਂ ਖੁਸ਼ੀ ਕਹਿੰਦਾ ਤੁਹਾਡੇ ਹੱਥ ਦੇ ਬਣਾਏ ਮੰਦਰਾਂ ਵਿੱਚ ਰਹਿਣ ਦੀ, ਕਿ ਜਿਹੜੇ ਤੁਸੀਂ ਬਣਾ ਲਏ ਉਹਨਾਂ ਵਿੱਚ ਰਹਿਣ ਦੀ ਮੈਨੂੰ ਕਹਿੰਦਾ ਕੋਈ ਵੀ ਖੁਸ਼ੀ ਨਹੀਂ ਆ। ਤੇ ਨਾ ਹੀ ਮੈਨੂੰ ਕਿਸੇ ਚੀਜ਼ ਦੀ ਥੋੜ੍ਹ ਆ ਵੀ ਮੈਨੂੰ ਇਹ ਲਾਲਚ ਹੋਵੇ ਵੀ ਤੁਸੀਂ ਚਰਚ 'ਚ ਆਓ, ਉੱਥੇ ਦਾਨ ਦਸ਼ਵਾਂਦ ਲੈ ਕੇ ਆਓ ਤੇ ਮੇਰੇ ਲਈ ਖਾਸ ਚੱਲ ਕੇ ਆਓ। ਕਹਿੰਦਾ ਮੈਨੂੰ ਕੋਈ ਖਾਸ ਐਫਰਟ ਦੀ ਜਾਂ ਖਾਸ ਚੀਜ਼ ਦੀ ਲੋੜ ਹੀ ਨਹੀਂ ਹੈਗੀ। ਮੈਂ ਨਹੀਂ ਚਾਹੁੰਦਾ ਵੀ ਤੁਸੀਂ 2-2 ਘੰਟੇ ਦਾ 4-4 ਘੰਟੇ ਦਾ ਸਫ਼ਰ ਤੈਅ ਕਰਕੇ ਕਿਸੇ ਇੱਕ ਨਿਸ਼ਚਿਤ ਕੀਤੀ ਹੋਈ ਬਿਲਡਿੰਗ 'ਚ ਪਹੁੰਚੋ ਤੇ ਮੈਂ ਉੱਥੇ ਹੀ ਸੁਣਾਂਗਾ, ਉੱਥੇ ਹੀ ਤੁਸੀਂ ਬੋਲੋਗੇ। ਇਹਦਾ ਮਤਲਬ ਵੀ ਪੂਰੇ ਹਫ਼ਤੇ ਦੇ ਵਿੱਚ ਬਈ ਇੱਕ ਐਤਵਾਰ ਹੀ ਹੈ ਜਿੱਦੇ ਰੱਬ ਸੁਣਦਾ, ਉਦੋਂ ਬਿਨਾਂ ਤਾਂ ਸਾਡਾ ਬੋਲਣਾ ਹੀ ਵਿਅਰਥ ਆ। ਫਿਰ ਰੱਬ ਨੇ ਇਹ ਕਿਉਂ ਕਿਹਾ ਵੀ ਗੁਪਤ ਵਿੱਚ ਬਹਿ ਕੇ ਆਪਦੇ ਕਮਰੇ 'ਚ ਪ੍ਰਾਰਥਨਾ ਕਰ, ਜੇ ਰੱਬ ਸਿਰਫ ਚਰਚ 'ਚ ਹੀ ਸੁਣਦਾ ਆ ਤਾਂ। ਫਿਰ ਰੱਬ ਨੇ ਇਹ ਕਿਉਂ ਕਿਹਾ ਵੀ ਤੇਰੀ ਪ੍ਰਾਰਥਨਾ ਦਾ ਪਤਾ ਨਾ ਲੱਗੇ ਤੂੰ ਕਦੋਂ ਸੰਗਤੀ ਕਰਦਾ, ਕਦੋਂ ਭਗਤੀ ਕਰਦਾ। ਜੇ ਪਰਮੇਸ਼ਰ ਸਿਰਫ ਚਰਚ 'ਚ ਹੀ ਰਹਿੰਦਾ, ਕਿਉਂਕਿ ਚਰਚ ਦਾ ਅੱਜ ਅਸੀਂ ਆਪਣੀ ਖੁਸ਼ੀ ਨਾਲ ਹਫ਼ਤੇ 'ਚ 2 ਵਾਰ ਚਰਚ ਲਾ ਰਹੇ ਹਾਂ, ਬਹੁਤ ਸਾਰੀ ਜਗ੍ਹਾ 'ਤੇ ਲੱਗਦੀ ਆ, ਪਰ ਪਰਮੇਸ਼ਰ ਨੇ ਤਾਂ ਕਿਹਾ ਨਾ ਵੀ ਮੈਨੂੰ ਹਫ਼ਤੇ 'ਚ ਸਿਰਫ 1 ਦਿਨ ਚਾਹੀਦਾ, ਉਹ ਵੀ ਸਬਤ ਦਾ ਦਿਨ। ਪਰ ਅਗਰ ਪਰਮੇਸ਼ਰ ਸਿਰਫ ਸਬਤ ਦੇ ਦਿਨ 'ਚ ਹੀ ਸੁਣਦਾ, ਫਿਰ ਸਾਨੂੰ ਉਹ ਕਿਉਂ ਕਹਿੰਦਾ ਵੀ ਹਰ ਹਾਲ ਦੇ ਵਿੱਚ ਅਤੇ ਹਰ ਰੋਜ਼ ਪ੍ਰਾਰਥਨਾ ਕਰੋ, ਹਰ ਪਲ ਤੇ ਹਰ ਸਾਹ ਦੇ ਨਾਲ ਦੁਆ ਕਰੋ। ਕਹਿੰਦਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਨਾ ਮੈਨੂੰ ਤੁਹਾਡੇ ਹੱਥੋਂ ਸੇਵਾ ਚਾਹੀਦੀ। ਚਰਚ ਵਿੱਚ ਅਸੀਂ ਜਾਂਦੇ, ਅਸੀਂ ਇਸ ਗੱਲ ਦੇ ਖੁਸ਼ ਹੋਏ ਨੇ ਵੀ ਅਸੀਂ ਵਲੰਟੀਅਰ ਹਾਂ, ਅਸੀਂ ਉੱਥੇ ਸੇਵਾ ਕਰਦੇ, ਪਰ ਪ੍ਰਭੂ ਨੂੰ ਤਾਂ ਸਾਡੀ ਸੇਵਾ ਚਾਹੀਦੀ ਨਹੀਂ। ਕਹਿੰਦਾ ਕਿਉਂ ਜੋ ਮੈਂ ਖੁਦ ਹੀ ਸਾਰਿਆਂ ਨੂੰ ਜ਼ਿੰਦਗੀ ਦਿੰਨਾ, ਮੈਂ ਸਾਹ ਦਿੰਨਾ ਅਤੇ ਸਭ ਕੁਝ ਮੈਂ ਹੀ ਦਿੰਨਾ ਆ, ਤੁਸੀਂ ਮੈਨੂੰ ਕੀ ਦੇ ਸਕਦੇ ਆ। ਸਾਨੂੰ ਇਹ ਲੱਗਦਾ ਵੀ ਅਸੀਂ ਇੰਨਾ ਸਫ਼ਰ ਤੈਅ ਕਰਕੇ ਅੱਜ ਚਰਚ 'ਚ ਗਏ ਤੇ ਅਸੀਂ ਪ੍ਰਭੂ ਨੂੰ ਸਮਾਂ ਦੇ ਕੇ ਆਏ ਆ। ਵਧੀਆ ਗੱਲ ਹੈ, ਅਸੀਂ ਸਮਾਂ ਦੇਣ ਜਾਂਦੇ ਹਾਂ, ਪਰ ਅਸੀਂ ਉੱਥੋਂ ਕੁਝ ਲੈ ਕੇ ਨਹੀਂ ਆਉਂਦੇ, ਅਸੀਂ ਟਾਈਮ ਦੇ ਕੇ ਆ ਜਾਂਦੇ ਹਾਂ। ਤੇ ਜੇ ਅਸੀਂ ਉੱਥੇ ਜਾ ਕੇ ਵੀ ਕੁਝ ਲੈ ਕੇ ਨਹੀਂ ਆਏ, ਸਾਡਾ ਉੱਥੇ ਜਾਣਾ ਵਿਅਰਥ ਆ। ਇਹ 2 ਮੀਨਿੰਗ ਆ ਚਰਚ ਦੇ ਵਿੱਚ ਜਾਣਾ ਤੇ ਨਾ ਜਾਣਾ। ਫਸਟ ਆਫ ਆਲ, ਅਗਰ ਅਸੀਂ ਚਰਚ 'ਚ ਜਾ ਰਹੇ ਹਾਂ, ਨਾ ਅਸੀਂ ਉੱਥੋਂ ਕੁਝ ਸਿੱਖ ਕੇ ਆ ਰਹੇ ਹਾਂ, ਨਾ ਸਾਨੂੰ ਉੱਥੋਂ ਦੀਆਂ ਗੱਲਾਂ ਪੱਲੇ ਪੈਂਦੀਆਂ। ਕਿਹੜੀ ਵਰਸ਼ਿਪ ਹੋਈ ਸੀ ਘਰੇ ਆ ਕੇ ਸਾਨੂੰ ਪੁੱਛੇ, ਸਾਨੂੰ ਯਾਦ ਨਹੀਂ ਰਹਿੰਦਾ। ਕੋਈ ਪੁੱਛੇ ਅੱਛਾ ਅੱਜ ਚਰਚ ਗਏ ਸੀ, ਕੀ ਵਚਨ ਸੀ ਚਰਚ 'ਚ, ਤਾਂ ਅਸੀਂ ਕਹਿੰਦੇ ਵੀ ਯਾਦ ਭੁੱਲ ਗਿਆ, ਕੀ ਖੱਟ ਕੇ ਲਿਆਏ ਅਸੀਂ ਉੱਥੋਂ। ਕਹਿੰਦੇ ਜੇ ਅਸੀਂ ਖੱਟਣ ਗਏ ਸੀ, ਖੱਟ ਕੇ ਮੁੜਾਂਗੇ ਤਾਂ ਜਾਣ ਦਾ ਫਾਇਦਾ ਹੋਇਆ ਨਾ। ਜੇ ਸਾਨੂੰ ਵਚਨ ਵੀ ਨਹੀਂ ਯਾਦ ਰਿਹਾ, ਵਰਸ਼ਿਪ ਵੀ ਨਹੀਂ ਯਾਦ ਰਹੀ, ਕੀ ਫਾਇਦਾ ਹੋਇਆ ਸਾਡਾ ਉੱਥੇ ਜਾਣ ਦਾ। ਉੱਥੇ ਦੱਸਿਆ ਗਿਆ ਸੀ ਵਚਨ, ਚਲੋ ਕੋਈ ਕਹਿੰਦਾ ਸਾਨੂੰ ਵਚਨ ਯਾਦ ਰਹਿ ਜਾਂਦਾ, ਉੱਥੇ ਵਚਨ ਦੱਸਿਆ ਗਿਆ ਸੀ ਜੀ ਆਪਣੇ ਗੁਆਂਢੀ ਦੇ ਨਾਲ ਪ੍ਰੇਮ ਕਰੋ। ਅਸੀਂ ਚਰਚ ਤੋਂ ਵਾਪਸ ਆਏ, ਅਸੀਂ ਦੇਖਿਆ ਵੀ ਅਸੀਂ ਤਾਂ ਘਰੇ ਹੈ ਨਹੀਂ ਸੀਗੇ ਤੇ ਸਾਡੇ ਗੁਆਂਢੀਆਂ ਦਾ ਕੁੱਤਾ ਸਾਡੀ ਕੰਧ ਟੱਪ ਗਿਆ, ਉਹਨੇ ਸਾਡੇ ਗਮਲੇ ਤੋੜ ਦਿੱਤੇ ਜਾਂ ਕੁਛ ਤੋੜਤਾ। ਅਸੀਂ ਆਉਂਦਿਆਂ ਹੀ ਗੁਆਂਢੀਆਂ ਤੋਂ ਸਾਰੇ ਬਦਲੇ ਲੈ ਲਏ। ਕੀ ਲੈ ਕੇ ਆਏ ਅਸੀਂ ਚਰਚ 'ਚੋਂ, ਕੀ ਲੈ ਕੇ ਆਏ। ਚਰਚ ਜਾਣਾ ਕੋਈ ਰਸਮ ਨਹੀਂ ਆ ਜਿਹਨੂੰ ਅਸੀਂ ਪੂਰਾ ਕਰਕੇ ਆਉਣਾ। ਚਰਚ ਜਾਣਾ ਜ਼ਰੂਰੀ ਆ ਉਹਨਾਂ ਦੇ ਲਈ ਜਿਹੜੇ ਉੱਥੋਂ ਕੁਛ ਲੈ ਕੇ ਆਉਂਦੇ ਆ, ਜਿਹੜੇ ਉੱਥੋਂ ਚੀਜ਼ਾਂ ਗ੍ਰਹਿਣ ਕਰਕੇ ਲਿਆਉਂਦੇ ਆ, ਜਿਹੜੇ ਉੱਥੋਂ ਪੱਲਾ ਝਾੜ ਕੇ ਖਾਲੀ ਨਹੀਂ ਮੁੜਦੇ, ਜਿਹੜੇ ਉੱਥੇ ਗੱਲਾਂ ਦੱਸੀਆਂ ਜਾਂਦੀਆਂ ਉਹਨੂੰ ਆਪਣੀ ਜ਼ਿੰਦਗੀ 'ਚ ਆ ਕੇ ਲਾਗੂ ਵੀ ਕਰਦੇ ਆ। ਔਰ ਖਾਸ ਤੌਰ 'ਤੇ ਨਵਿਆਂ ਦੇ ਲਈ ਚਰਚ ਜਾਣਾ ਜ਼ਰੂਰੀ ਆ, ਕਿਉਂਕਿ ਘਰੇ ਬੈਠੇ ਉਹਨਾਂ ਨੂੰ ਗਿਆਨ ਨਹੀਂ ਮਿਲ ਸਕਦਾ। ਕਿਉਂਕਿ ਜਦੋਂ ਅਸੀਂ ਕਿਸੇ ਦੀ ਸੁਣਾਂਗੇ, ਕਿਸੇ ਤੋਂ ਪੁੱਛਾਂਗੇ, ਕੋਈ ਸਾਨੂੰ ਦੱਸੇਗਾ, ਸਾਡੇ ਪੱਲੇ ਪਏਗੀ। ਕਿਉਂਕਿ ਵਚਨ ਸਾਨੂੰ ਕੀ ਦੱਸਦਾ, ਵਚਨ 'ਚੋਂ ਅਸੀਂ ਪੜਾਂਗੇ ਇਬਰਾਨੀਆਂ 10 ਉਹਦੀ 24 ਔਰ 25 ਨੰਬਰ ਆਇਤ ਨੂੰ, ਪਿਆਰ ਅਤੇ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ, ਜਿਵੇਂ ਕਈਆਂ ਦੀ ਰੀਤੀ ਹੈ, ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ ਅਤੇ ਇਹ ਓਨਾ ਹੀ ਵਧੇਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕਹਿੰਦਾ ਸੰਗਤੀ ਕਰਨੀ ਜ਼ਰੂਰੀ ਆ, ਆਪਸ ਵਿੱਚ ਹੀ ਇਕੱਠੇ ਹੋਵੋ, ਆਪਸ ਵਿੱਚ ਹੀ ਇਕੱਠੇ ਹੋਣਾ ਛੱਡੋ ਨਾ, ਇੱਕ ਦੂਜੇ ਨੂੰ ਉਪਦੇਸ਼ ਕਰੋ, ਇੱਕ ਦੂਜੇ ਨੂੰ ਵੱਧ ਤੋਂ ਵੱਧ ਸਿਖਾਓ ਪਰਮੇਸ਼ਰ ਬਾਰੇ। ਤਾਂ ਉਹ ਸਾਨੂੰ ਕੀ ਹੁੰਦਾ ਕਿ ਅਸੀਂ ਇਕੱਲੇ ਆ ਜੀ, ਸਾਡੇ ਮੁਹੱਲੇ 'ਚ ਸਾਨੂੰ ਕੋਈ ਸਿਖਾਉਣ ਵਾਲਾ ਨਹੀਂ ਹੈਗਾ। ਉਹਨਾਂ ਦੇ ਲਈ ਚਰਚ ਆ ਕਿ ਉੱਥੋਂ ਸਿੱਖ ਕੇ ਆਉਣ, ਪਰ ਜਾਣ ਸਿੱਖਣ ਦੇ ਲਈ, ਇਹ ਨਹੀਂ ਕਿ ਸਿਰਫ ਹਾਜ਼ਰੀ ਲਵਾ ਕੇ ਆਉਣਾ, ਸਿੱਖਣ ਦੇ ਲਈ ਜਾਣ। ਜਿਹੜਾ ਸਿੱਖਣਾ ਚਾਹੁੰਦਾ ਸੰਗਤੀ ਦੇ ਵਿੱਚੋਂ ਉਹ ਜਾਵੇ, ਪਰ ਜਿਹੜਾ ਕਹਿੰਦਾ ਵੀ ਮੈਂ ਚਲਾ ਤਾਂ ਜਾਣਾ ਚਰਚ 'ਚ, ਨਾ ਮੈਨੂੰ ਸ਼ਾਂਤੀ ਮਿਲਦੀ, ਨਾ ਮੈਨੂੰ ਵਚਨ ਯਾਦ ਰਹਿੰਦਾ, ਉਹਦੇ ਲਈ ਚੰਗਾ ਕਿ ਉਹ ਘਰੇ ਬਹਿ ਕੇ ਦੁਆ ਕਰ ਲੇ। ਵਚਨ ਕਹਿੰਦਾ ਪਿਆਰ ਅਤੇ ਸ਼ੁਭ ਕਰਮਾਂ ਨੂੰ ਉਭਾਰਨ ਦੇ ਲਈ ਇੱਕ ਦੂਜੇ ਦਾ ਧਿਆਨ ਰੱਖੀਏ। ਜੇ ਅਸੀਂ ਚਰਚ 'ਚ ਜਾ ਕੇ ਚੱਪਲਾਂ ਪਿੱਛੇ ਲੜ ਪੈਂਦੇ ਆ, ਚਰਚ 'ਚ ਜਾ ਕੇ ਅਸੀਂ ਲੱਡੂਆਂ ਪਿੱਛੇ ਲੜ ਪੈਂਦੇ, ਚਰਚ 'ਚ ਜਾ ਕੇ ਸਾਨੂੰ ਲੈਣ ਲੱਗਣ 'ਚ ਔਖਾ ਲੱਗਦਾ, ਤੇ ਅਸੀਂ ਕਿਹੜਾ ਪਿਆਰ ਤੇ ਕਿਹੜੇ ਚੰਗੇ ਕੰਮ ਉੱਥੋਂ ਕਰਕੇ ਆ ਗਏ। ਚਰਚਾਂ ਦੇ ਵਿੱਚ ਲੰਮੀਆਂ ਲਾਈਨ ਕਈ ਵਾਰੀ ਲੱਗਦੀਆਂ ਚੈਕਿੰਗ ਦੇ ਲਈ, ਅਸੀਂ ਕੀ ਕਰਦੇ ਵੀ ਇੰਨੀ ਲੰਬੀ ਲਾਈਨ 'ਚ ਖੜਿਆ ਨਹੀਂ ਜਾਣਾ, ਅੱਧ ਵਿਚਾਲੋ ਜੇ ਜਾ ਕੇ ਰਲ ਜਾਂਦੇ। ਧੋਖਾ ਚਰਚ ਦੇ ਵਿੱਚ ਵੀ। ਫਿਰ ਅਸੀਂ ਕਹਿੰਦੇ ਪਿੱਛੋਂ ਆਏ ਅਸੀਂ ਤੇ ਜਾ ਕੇ ਅਸੀਂ ਕੀ ਕਹਿਣਾ, ਅਗਲੀਆਂ ਕੁਰਸੀਆਂ ਤੇ ਬਹਿਣਾ, ਇਹ ਵੀ ਸਾਡੇ ਲਈ ਧੋਖਾ ਆ।
ਜਿੱਥੇ ਜਿੰਨੇ ਨੰਬਰ ਤੇ ਤੁਸੀਂ ਆਏ ਉੱਥੇ ਬੈਠੋ, ਕਿਉਂਕਿ ਪਰਮੇਸ਼ਰ ਨੇ ਤਾਂ ਤੁਹਾਨੂੰ ਪਿੱਛੇ ਵੀ ਛੂਹ ਹੀ ਲੈਣਾ। ਅਸੀਂ ਉੱਥੇ ਗਏ, ਉਦੋਂ ਬਾਅਦ ਸਾਡੀ ਚੱਪਲ ਨਹੀਂ ਮਿਲੀ, ਅਸੀਂ ਦੇਹ ਤਰੇ ਦੀ ਜੋ ਮਨ ਚ ਆਇਆ ਬੋਲੀ ਤੁਰੇ ਗਏ। ਫਿਰ ਕਹਿੰਦਾ ਇਕੱਠੇ ਹੋ ਆਪਸ ਵਿੱਚ, ਕਾਹਦੇ ਲਈ? ਉਪਦੇਸ਼ ਕਰਨ ਦੇ ਲਈ। ਜਿਹੜਾ ਵਚਨ ਉੱਥੇ ਦੱਸਿਆ ਗਿਆ ਉਹਦੀ ਡਿਸਕਸ ਤਾਂ ਅਸੀਂ ਕੀ ਕਰਨੀ। ਪ੍ਰੇਅਰ ਖਤਮ ਹੋਣ ਤੋਂ ਬਾਅਦ ਅਸੀਂ ਆਪਦੇ ਨਾਲ ਦੀਆਂ ਸਹੇਲੀਆਂ ਲੱਭਣ ਲੱਗ ਜਾਣਾ ਵੀ ਪਿਛਲੇ ਹਫਤੇ ਮੈਨੂੰ ਇੱਕ ਭੈਣ ਮਿਲੀ ਸੀ, ਉਹਨੂੰ ਲੱਭਦੀ, ਮੈਂ ਉਹਨੂੰ ਪੁੱਛਦੀ ਹਾਂ। ਆਪਸ ਵਿੱਚ ਦੁੱਖ ਸੁੱਖ ਵਿੱਚ ਸਾਂਝੀ ਹੋਵੋ, ਪਰ ਵਚਨਾਂ ਦੇ ਦੁਆਰਾ ਗੱਲਾਂ ਕਰੋ। ਐਟਲੀਸਟ ਪ੍ਰਭੂ ਦੇ ਭਵਨ ਦੇ ਵਿੱਚ ਚੁਗਲੀਆਂ ਨਾ ਕਰੋ। ਉੱਥੇ ਬੈਠੀਆਂ ਜਦੋਂ ਖਾਣੇ ਦਾ ਸਮਾਂ ਹੋ ਜਾਂਦਾ, ਉੱਥੇ ਭੈਣਾਂ ਕਰਦੀਆਂ ਕਿ ਮੈਂ ਭੈਣ ਇਸ ਕੰਮ ਲਈ ਪ੍ਰੇਅਰ ਕਰਾਈ ਸੀ, ਹਜੇ ਸਾਡਾ ਇਹ ਕੰਮ ਹੋਇਆ ਨਹੀਂ, ਸਾਡੀ ਨੂੰਹ ਨੇ ਤੰਗ ਕੀਤਾ ਪਿਆ, ਸਾਡੇ ਜਵਾਈ ਨੇ ਤੰਗ ਕੀਤਾ ਪਿਆ। ਇੱਦਾਂ ਦੀਆਂ ਗੱਲਾਂ ਉੱਥੇ ਹੁੰਦੀਆਂ। ਕੀ ਉਹ ਜਗ੍ਹਾ ਸਾਡੇ ਲਈ ਇਹ ਸਭ ਕਰਨ ਲਈ ਦਿੱਤੀ ਗਈ ਆ? ਅਗਰ ਅਸੀਂ ਉਹਨੂੰ ਆਰਾਧਨਾਲय ਕਹਿੰਦੇ ਹਾਂ, ਪ੍ਰਾਰਥਨਾ ਦਾ ਘਰ ਕਹਿੰਦੇ ਹਾਂ, ਤਾਂ ਚੰਗਾ ਆ ਕਿ ਅਸੀਂ ਉਹਨੂੰ ਸਿਰਫ ਪ੍ਰਾਰਥਨਾ ਦੇ ਲਈ, ਸਿੱਖਣ ਦੇ ਲਈ ਯੂਜ਼ ਕਰੀਏ। ਉੱਥੇ ਟਾਈਮ ਪਾਸ ਕਰਨ ਦੇ ਲਈ ਨਹੀਂ, ਫਾਰਮੈਲਿਟੀ ਦੇ ਲਈ ਨਹੀਂ। ਇਹ ਨਹੀਂ ਕਿ ਮੈਂ ਨਵਾਂ ਸੂਟ ਸਵਾਇਆ ਤੇ ਅੱਜ ਮੈਂ ਪਾ ਕੇ ਜਾਣਾ ਤੇ ਮੈਂ ਉੱਥੇ ਦਿਖਾਉਣਾ ਸਾਰਿਆਂ ਨੂੰ ਵੀ ਮੇਰੇ ਕੋਲ ਇਹ ਨਵਾਂ ਸੂਟ ਆ। ਮੈਂ ਹਰ ਵਾਰ ਆਪਣੀ ਜ਼ਿੰਦਗੀ ਦੀ ਗਵਾਹੀ ਦਿੰਦੀ, ਇਸ ਵਿੱਚ ਵੀ ਮੇਰੀ ਜ਼ਿੰਦਗੀ ਦੀ ਗਵਾਹੀ ਹੈ ਕਿ ਮੈਂ ਅੱਜ ਤੱਕ ਚਰਚ ਜਿੰਨੇ ਵਾਰੀ ਵੀ ਗਈ, ਮੈਂ ਉੱਥੋਂ ਕੁਝ ਸਿੱਖਣ ਗਈ ਹੀ ਨਹੀਂ ਸੀ। ਮੈਂ ਸਿਰਫ ਟੌਰ ਸ਼ੌਰ ਕੱਢ ਕੇ ਜਾਣਾ, ਫੈਸ਼ਨ ਕਰਕੇ ਜਾਣਾ, ਈਵਨ ਜੀਨ ਟੌਪ ਪਾ ਕੇ ਜਾਣਾ। ਔਰ ਮੈਂ ਕਦੇ ਸਿਰ 'ਤੇ ਚੁੰਨੀ ਲੈ ਕੇ ਨਹੀਂ ਗਈ ਸੀ ਚਰਚ ਦੇ ਵਿੱਚ। ਨਾ ਮੈਂ ਉੱਥੋਂ ਕੁਝ ਸੁਣਨਾ, ਨਾ ਸਿੱਖਣਾ। ਬਸ ਇੱਧਰ ਵੇਖ ਲਿਆ, ਉੱਧਰ ਵੇਖ ਲਿਆ, ਉਹਦੇ ਵੱਲ ਦੇਖੋ, ਉਹਦੇ ਵੱਲ ਦੇਖੋ, ਇਹ ਕਰ ਲਿਆ। ਵਚਨ ਦੇ ਸਮੇਂ ਮੈਨੂੰ ਵਾਸੀਆਂ ਆਉਣੀਆਂ, ਪੂਰੀ ਨੀਂਦ ਆਉਣੀ। ਗਵਾਹੀਆਂ ਦੇ ਸਮੇਂ ਪਤਾ ਨਹੀਂ ਕਿਉਂ ਮੇਰਾ ਦਿਲ ਡੋਲ ਜਾਂਦਾ। ਜਦੋਂ ਗਵਾਹੀਆਂ ਆਉਂਦੀਆਂ ਸੀ ਮੈਨੂੰ ਰੋਣ ਆਉਣ ਲੱਗ ਜਾਂਦਾ ਸੀ ਗਵਾਹੀਆਂ ਨੂੰ ਸੁਣ ਕੇ ਕਿ ਇੱਦਾਂ ਕਿਉਂ ਨਹੀਂ ਹੋਇਆ। ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਆਪਣਾ ਅੰਦਰ ਖਾਲੀ ਆ। ਚਰਚ ਦੇ ਵਿੱਚ ਸਿਰ ਢੱਕਣਾ ਜ਼ਰੂਰੀ ਹੈ। ਚਰਚ ਦੇ ਵਿੱਚ ਜੀਨਸ ਵਗੈਰਾ ਪਾ ਕੇ ਅਸੀਂ ਕਿਸੇ ਨੂੰ ਫੈਸ਼ਨ ਦਿਖਾਉਣ ਨਹੀਂ ਜਾ ਰਹੇ ਸੀ, ਪਰ ਮੈਂ ਜਾਂਦੀ ਸੀ। ਅੱਜ ਤੱਕ ਮੈਂ ਜਿੰਨੇ ਵਾਰ ਚਰਚ 'ਚ ਗਈ, ਮੈਨੂੰ ਇੱਕ ਵਚਨ ਪੱਲੇ ਨਹੀਂ ਪਿਆ। ਔਰ ਮੈਂ ਇਹ ਸੋਚਦੀ ਸੀ ਟਾਈਮ ਦੇਖੀ ਜਾਣਾ, ਕਦੋਂ ਵਚਨ ਖਤਮ ਹੋਵੇ, ਕਦੋਂ ਆਖਰੀ ਪ੍ਰੇਅਰ ਹੋਵੇ, ਕਦੋਂ ਵਚਨ ਖਤਮ ਹੋਏਗਾ। ਇੱਦਾਂ ਹੀ ਕਰਦੇ ਰਹਿਣਾ, ਕਿਉਂਕਿ ਮੈਨੂੰ ਨਹੀਂ ਸੀ ਪੱਲੇ ਪੈਂਦਾ। ਫਿਰ ਮੈਂ ਫਾਈਨਲੀ ਛੱਡ ਦਿੱਤਾ ਚਰਚ ਜਾਣਾ। ਮੈਨੂੰ ਕੁਛ ਨਹੀਂ ਅੱਜ ਤੱਕ ਚਰਚ 'ਚੋਂ ਸਿੱਖਣ ਨੂੰ ਮਿਲਿਆ। ਇਹ ਨਹੀਂ ਕਿ ਉਹਨਾਂ ਨੂੰ ਸਿਖਾਉਣਾ ਨਹੀਂ ਆਇਆ, ਇਹ ਕਿ ਮੇਰੀ ਸਿੱਖਣ ਦੀ ਚਾਹਤ ਨਹੀਂ ਸੀ ਉਦੋਂ। ਮੈਂ ਬਸ ਸ਼ੋਅ ਆਫ ਲਈ ਜਾਂਦੀ ਸੀ, ਬਸ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੀ, ਜਾਂ ਫਿਰ ਇੱਕ ਫੰਕਸ਼ਨ ਦੇ ਤੌਰ 'ਤੇ, ਇੱਕ ਪਾਰਟੀ ਦੇ ਤੌਰ 'ਤੇ ਇੰਜੋਏ ਕਰਕੇ ਆ ਜਾਣਾ। ਚਰਚ ਸਾਡੇ ਲਈ ਕੋਈ ਪਾਰਟੀ ਨਹੀਂ ਆ, ਕੋਈ ਵਿਆਹ ਸ਼ਾਦੀ ਨਹੀਂ, ਕੋਈ ਫੈਸ਼ਨ ਸ਼ੋਅ ਨਹੀਂ ਹੈ ਕਿ ਉੱਥੇ ਅਸੀਂ ਆਪਣਾ ਫੈਸ਼ਨ ਸ਼ੋਅ ਦਿਖਾਉਣ ਜਾਣਾ। ਸਿੱਖਣ ਦੀ ਜਗ੍ਹਾ। ਜਦੋਂ ਸਿੱਖਣ ਨੂੰ ਮੈਥੋਂ ਉੱਥੇ ਪੱਲੇ ਨਹੀਂ ਸੀ ਪੈਂਦਾ। ਮੈਂ ਸਾਰਾ ਦਿਨ ਥਕਾਵਟ 'ਚ ਉੱਥੋਂ ਆ ਕੇ ਫਿਰ ਕਹਿਣਾ ਬਸ ਮੈਂ ਨਹੀਂ ਜਾਣਾ ਅੱਗੇ ਤੋਂ। ਫਿਰ ਜਦੋਂ ਇੱਕ ਬੰਦ ਕਮਰੇ ਵਿੱਚ, ਪ੍ਰਭੂ ਕਹਿੰਦਾ ਗੁਪਤ ਵਿੱਚ ਪ੍ਰਾਰਥਨਾ ਕਰ। ਜਦੋਂ ਗੁਪਤ ਵਿੱਚ ਬਹਿ ਕੇ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਜਿੱਥੇ ਕੋਈ ਸਿਖਾ ਰਿਹਾ ਸੀ ਉੱਥੇ ਮੇਰਾ ਧਿਆਨ ਨਹੀਂ ਲੱਗਾ। ਜਦੋਂ ਮੈਂ ਖੁਦ ਪੜ੍ਹਿਆ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਪਰਮੇਸ਼ਰ ਨੇ ਮੈਨੂੰ ਉਹ ਬੁੱਧ ਦਿੱਤੀ ਜੋ ਤੁਸੀਂ ਵੀ ਸੁਣ ਰਹੇ ਹੋ ਅੱਜ, ਕਿ ਪਰਮੇਸ਼ਰ ਨੇ ਗਹਿਰੇ ਭੇਤ ਕਿੱਦਾਂ ਪ੍ਰਗਟ ਕੀਤੇ ਆ। ਇਹ ਸਭ ਮੈਨੂੰ ਕਿਸੇ ਚਰਚ ਤੋਂ ਸਿੱਖਣਾ ਹੀ ਨਹੀਂ। ਮਤਲਬ ਇਹ ਨਹੀਂ ਕਿ ਉਹਨਾਂ ਨੇ ਸਿਖਾਇਆ ਨਹੀਂ, ਬਸ ਇਹ ਸੀ ਕਿ ਮੇਰਾ ਉੱਥੇ ਧਿਆਨ ਨਹੀਂ ਸੀ ਲੱਗਦਾ। ਮੈਂ ਇੱਧਰ ਉੱਧਰ ਦੇਖਣਾ, ਬਸ ਜੇ ਕੋਈ ਦੁਸ਼ਟ ਆਤਮਾ ਹੋ ਰਹੀ ਕਿਸੇ ਨੂੰ ਉਹਦੇ ਵੱਲ ਦੇਖੀ ਜਾਣਾ। ਅਗਰ ਕੋਈ ਗਵਾਹੀਆਂ ਦੇ ਰਿਹਾ ਉਹ ਮੈਂ ਜ਼ਰੂਰ ਧਿਆਨ ਨਾਲ ਸੁਣਦੀ ਸੀ, ਪਰ ਵਚਨ 'ਚ ਤਾਂ ਮੇਰਾ ਜਮਾ ਮਨ ਨਹੀਂ ਸੀ ਲੱਗਦਾ। ਵਰਸ਼ਿਪ ਦੇ ਵਿੱਚ ਮੇਰਾ ਬਹੁਤ ਮਨ ਲੱਗਦਾ ਸੀ। ਹਾਂ, ਉਹ ਚੀਜ਼ ਮੈਂ ਇੰਜੋਏ ਵੀ ਕਰਦੀ ਸੀ, ਮੈਨੂੰ ਵਧੀਆ ਵੀ ਲੱਗਦਾ ਸੀ, ਪਰ ਵਚਨ ਨਹੀਂ ਮੈਨੂੰ ਪੱਲੇ ਪੈਂਦਾ ਸੀ ਤੇ ਮੈਂ ਉੱਥੋਂ ਬਸ ਖਾਲੀ ਪੱਲਾ ਝਾੜ ਕੇ ਆ ਜਾਂਦੀ ਸੀ। ਮੈਨੂੰ ਕੁਛ ਯਾਦ ਨਹੀਂ ਸੀ ਰਹਿੰਦਾ। ਤਾਂ ਅਜਿਹਾ ਜਾਣਾ ਵਿਅਰਥ ਹੈ ਜਿੱਥੇ ਅਸੀਂ ਕੁਝ ਸਿੱਖਦੇ ਨਹੀਂ, ਕਿਉਂਕਿ ਚਰਚ ਪਰਮੇਸ਼ਰ ਦੇ ਆਤਮਿਕ ਖੁਰਾਕ ਦਾ ਇੱਕ ਸਾਧਨ ਹੈ ਕਿ ਸਾਨੂੰ ਘਰੇ ਨਹੀਂ ਸਮਝ ਆਉਂਦੀ, ਉੱਥੇ ਸਿੱਖ ਲਓ। ਜੇ ਤੁਹਾਨੂੰ ਉੱਥੇ ਨਹੀਂ ਸਮਝ ਆਉਂਦੀ ਨਾ, ਤਾਂ ਦੁਆ ਕਰੋ, ਪਰਮੇਸ਼ਰ ਤੁਹਾਡੇ ਬੁੱਧ ਨੂੰ ਖੋਲ੍ਹੇਗਾ। ਕਿਉਂਕਿ ਸਿੱਖਣਾ ਤੁਸੀਂ ਆਪਦੇ ਦਿਮਾਗ ਨਾਲ ਲਿਆ। ਦੱਸਣ ਵਾਲਾ ਜੋ ਦੱਸ ਰਿਹਾ ਉਹ ਤਾਂ ਬਹੁਤਿਆਂ ਨੂੰ ਦੱਸਦਾ ਆ, ਪਰ ਜਿਹਨੇ ਸਮਝ ਲੈਣੀ, ਜਿਹਨੇ ਪੱਲੇ ਪਾਉਣੀ ਆ, ਉਹਦਾ ਖਿਆਲ, ਉਹਦਾ ਧਿਆਨ ਵੀ ਸਵਰਗ ਵੱਲ ਹੋਣਾ ਚਾਹੀਦਾ। ਉੱਥੇ ਗਲਤੀ ਸੁਣਾਉਣ ਵਾਲੇ ਦੀ ਨਹੀਂ ਹੁੰਦੀ, ਗਲਤੀ ਸੁਣਨ ਵਾਲੇ ਦੀ ਹੁੰਦੀ ਕਿ ਉਹ ਕਿੰਨੇ % ਪ੍ਰੈਜ਼ੈਂਟ ਆ। ਤੁਹਾਡਾ ਦਿਮਾਗ ਕਿੰਨੇ % ਖੁੱਲਿਆ, ਇਹ ਮਾਇਨੇ ਰੱਖਦਾ ਕਿ ਤੁਸੀਂ ਚਰਚ 'ਚ ਗਏ ਤਾਂ ਤੁਹਾਨੂੰ ਫਾਇਦਾ ਹੋਇਆ ਕਿ ਨਹੀਂ ਹੋਇਆ। ਜੇ ਸਾਨੂੰ ਚਰਚ 'ਚ ਗਏ ਦਾ ਕੋਈ ਫਾਇਦਾ ਨਹੀਂ, ਛੱਡ ਦਿਓ, ਘਰ ਬਹਿ ਕੇ ਦੁਆ ਕਰੋ। ਕਿਉਂਕਿ ਪਰਮੇਸ਼ਰ ਕੀ ਕਹਿੰਦਾ ਉਪਦੇਸ਼ ਕਰੋ, ਇੱਕ ਦੂਜੇ ਦੇ ਨੇੜੇ ਆਓ। ਉਹ ਕਹਿੰਦਾ ਮੈਂ ਤੁਹਾਡੇ ਹੱਥ ਦੀਆਂ ਬਣਾਈਆਂ ਬਿਲਡਿੰਗਾਂ 'ਚ ਨਹੀਂ ਰਹਿੰਦਾ। ਕਿੱਥੇ ਸ਼ਾਮਿਲ ਹੁੰਦਾ ਪਰਮੇਸ਼ਰ, ਕਿੱਥੇ ਹੁੰਦਾ ਪ੍ਰਭੂ? ਵਚਨ 'ਚੋਂ ਅਸੀਂ ਪੜਾਂਗੇ ਮਤੀ 18 ਉਹਦੀ 20 ਨੰਬਰ ਆਇਤ ਨੂੰ, ਕਿਉਂਕਿ ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ। ਹਾਲੇਲੂਇਆ। ਪ੍ਰਭੂ ਕਿੱਥੇ ਆ? ਪਰਮੇਸ਼ਰ ਬਹੁਤ ਉੱਚੀ ਸੋਚ ਨਹੀਂ ਰੱਖਦਾ। ਪ੍ਰਭੂ ਦਾ ਸਟੈਂਡਰਡ ਕੋਈ ਜ਼ਿਆਦਾ ਹਾਈ ਨਹੀਂ ਆ ਵੀ ਜੇ 500 ਬੰਦੇ ਹੋਣਗੇ ਤਾਂ ਮੈਂ ਆਵਾਂਗਾ, ਨਹੀਂ ਤਾਂ ਵੀ 500 ਨਹੀਂ ਹੁੰਦੇ ਤਾਂ ਮੈਂ ਨਹੀਂ ਆਉਂਦਾ, ਮੇਰੀ ਤਾਂ ਰੈਪੂਟੇਸ਼ਨ ਖਰਾਬ ਹੁੰਦੀ ਆ। ਜੇ ਚਰਚ 'ਚ ਪਹੁੰਚੋਗੇ ਤਾਂ ਮੈਂ ਆਵਾਂਗਾ, ਨਹੀਂ ਤਾਂ ਵੀ ਤੁਹਾਡੇ ਘਰੇ ਮੈਂ ਕਿਉਂ ਆਵਾਂ? ਮੈਂ ਤੁਹਾਡੇ ਇਕੱਲੇ ਦੇ ਘਰ ਕਿਉਂ ਆਵਾਂ? ਪਰ ਪਰਮੇਸ਼ਰ ਕਹਿੰਦਾ ਮੈਂ 2 ਜਣਿਆਂ ਦੇ ਵਿੱਚ ਵੀ ਹਾਂ, ਮੈਂ 3 ਜਣਿਆਂ ਦੇ ਵਿੱਚ ਵੀ ਹਾਂ, ਔਰ ਇਕੱਲੇ ਜਣੇ ਦੇ ਤਾਂ ਸਾਹਮਣੇ ਬਹਿ ਕੇ ਗੱਲ ਸੁਣਦਾ ਆ। ਹਾਲੇਲੂਇਆ। ਔਰ ਇਹ ਗੱਲ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਹਿਸਾਬ ਨਾਲ ਕਹਿੰਦੀ ਕਿ ਮੈਂ
ਕੱਲੀ ਨੇ ਪ੍ਰੇਅਰ ਕੀਤੀ ਔਰ ਪਰਮੇਸ਼ਰ ਨੇ ਮੇਰੀ ਕੱਲੀ ਦੀ ਆਵਾਜ਼ ਨੂੰ ਸੁਣਿਆ ਤੇ ਕੱਲੀ ਨੂੰ ਬਲੈਸ ਕੀਤਾ। ਮੈਨੂੰ ਕਿਸੇ ਸੰਗਤ ਵਿੱਚ ਬੈਠਣ ਦੀ ਲੋੜ ਨਹੀਂ ਪਈ, ਮੈਨੂੰ ਕਿਸੇ ਬੰਦੇ ਨੂੰ ਵੰਗਾਰਨ ਦੀ ਲੋੜ ਨਹੀਂ ਪਈ, ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਈ। ਪਰਮੇਸ਼ਰ ਨੇ ਬੁੱਧ ਦਿੱਤੀ, ਪ੍ਰਭੂ ਨੇ ਇਸਤੇਮਾਲ ਕੀਤਾ, ਉਹਨੇ ਹੀ ਗਿਆਨ ਦਿੱਤਾ, ਉਹਨੇ ਹੀ ਸਭ ਕੁਝ ਕੀਤਾ। ਕਰਨ ਵਾਲਾ ਜਦ ਉਹ ਆ ਤੇ ਅਸੀਂ ਇਨਸਾਨਾਂ ਤੇ ਭਰੋਸਾ ਕਿਉਂ ਰੱਖੀਏ? ਕਹਿੰਦਾ 2 ਜਾਂ 3 ਜਿੱਥੇ ਆ ਮੈਂ ਉੱਥੇ ਹੀ ਆ। ਇਸ ਲਈ ਜੇ ਤੁਹਾਡਾ ਚਰਚ 'ਚ ਮਨ ਨਹੀਂ ਲੱਗਦਾ, ਘਰ ਵਿੱਚ ਅਸੀਂ 2 ਤੋਂ ਵੱਧ ਹੀ ਮੈਂਬਰ ਹੁੰਨੇ, ਸਾਰੇ ਬਹਿ ਕੇ ਪ੍ਰੇਅਰ ਕਰੋ। ਅਗਰ ਤੁਹਾਡਾ ਬਹੁਤਿਆਂ ਦੇ ਵਿੱਚ ਮਨ ਨਹੀਂ ਲੱਗਦਾ, ਇਕੱਲੇ ਬਹਿ ਕੇ ਕਰੋ। ਪਰਮੇਸ਼ਰ ਨੇ ਕਿਹਾ ਜ਼ਰੂਰ ਹੈ ਕਿ ਮੈਂ 2-3 ਵਿੱਚ ਆ, ਪਰ ਉਹਨੇ ਇਹ ਵੀ ਨਹੀਂ ਕਿਹਾ ਵੀ ਮੈਂ ਇਕੱਲੇ ਦੀ ਸੁਣਾਂਗਾ ਨਹੀਂ, ਕਿਉਂਕਿ ਜੇ ਉਹ ਇਹ ਕਹਿੰਦਾ ਤਾਂ ਉਹ ਕਦੇ ਨਾ ਕਹਿੰਦਾ ਵੀ ਗੁਪਤ 'ਚ ਬੈਠੋ, ਮੈਂ ਗੁਪਤ 'ਚ ਤੁਹਾਡੀ ਆਵਾਜ਼ ਸੁਣਾਂਗਾ। ਪਰਮੇਸ਼ਰ ਸੁਣਦਾ ਆ। ਅਸੀਂ ਪੁਕਾਰਨਾ ਨਹੀਂ ਜਾਣਦੇ, ਸਾਨੂੰ ਬੋਲਣਾ ਨਹੀਂ ਆਉਂਦਾ। ਜਿਹੜੇ ਸਿੱਖਣ ਦੇ ਚਾਹਵਾਨ ਨੇ ਉਹ ਜ਼ਰੂਰ ਜਾਣ, ਜਿਹੜੇ ਚਾਹੁੰਦੇ ਕਿ ਅਸੀਂ ਕੁਝ ਸਿੱਖਣਾ ਆ ਉਹ ਚਰਚਾਂ 'ਚ ਜਾਣ, ਪਰ ਤਾਂ ਹੀ ਜਾਣ ਜੇ ਉਹਨਾਂ ਨੂੰ ਚਰਚ ਦੀ ਗੱਲ ਪੱਲੇ ਪੈਂਦੀ ਆ। ਅਗਰ ਤੁਹਾਨੂੰ ਚਰਚ ਦੀ ਗੱਲ ਪੱਲੇ ਨਹੀਂ ਵੀ ਪੈਂਦੀ ਤਾਂ ਤੁਸੀਂ ਚਰਚ ਨਹੀਂ ਵੀ ਜਾਓਗੇ ਤਾਂ ਅਸੀਂ ਦੋਸ਼ੀ ਨਹੀਂ ਠਹਿਰਾਂਗੇ। ਹੁਣ ਸਾਰੇ ਕਹਿਣਗੇ ਕਿ ਪਰਮੇਸ਼ਰ ਨੇ ਕਿਹਾ ਵੀ 7ਵਾਂ ਦਿਨ ਤੂੰ ਮੈਨੂੰ ਦੇਣਾ ਆ, ਪਰ ਉਹਨੇ ਕਿਤੇ ਵੀ ਇਹ ਨਹੀਂ ਕਿਹਾ ਕਿ 7ਵੇਂ ਦਿਨ 'ਚ ਤੂੰ ਚਰਚ 'ਚ ਹੀ ਆਉਣਾ ਆ। ਕਹਿੰਦਾ ਉਹਨੇ ਕੀ ਕਿਹਾ ਕਿ ਮੇਰੇ ਭਵਨ ਦੇ ਵਿੱਚ ਆ। ਇਹ ਗੱਲ ਲਿਖੀ ਵਚਨ ਦੇ ਵਿੱਚ, ਪਰ ਪਰਮੇਸ਼ਰ ਨੇ ਕਿਤੇ ਇਹ ਗੱਲ ਕਿਹਾ ਵੀ ਮੇਰਾ ਭਵਨ ਉਹ ਆ ਜਿਹਨੂੰ ਤੁਸੀਂ ਬਣਾਇਆ ਆ। ਜਿਹੜੀ ਇਮਾਰਤ ਨੂੰ ਤੁਸੀਂ ਬਣਾਇਆ, ਮੈਂ ਉਸ ਭਵਨ ਦੇ ਵਿੱਚ ਜਾਣ ਲਈ ਤੁਹਾਨੂੰ ਕਹਿ ਰਿਹਾ। ਪਰਮੇਸ਼ਰ ਕਹਿੰਦਾ ਮੇਰਾ ਭਵਨ, ਮੇਰੀ ਹੈਕਲ, ਮੇਰਾ ਵਾਸ ਤੁਹਾਡੇ ਸਰੀਰ ਦੇ ਵਿੱਚ ਆ, ਅਤੇ 7ਵੇਂ ਦਿਨ ਤੂੰ ਆਪਣੇ ਸਰੀਰ ਦੇ ਵਿੱਚ ਬਹਿ ਕੇ ਆਪਣੀ ਆਤਮਾ ਦੇ ਨਾਲ ਆਰਾਧਨਾ ਕਰ, ਤਾਂ ਮੈਂ ਤੇਰੀ ਆਵਾਜ਼ ਨੂੰ ਸੁਣਾਂਗਾ, ਮੈਂ ਉੱਤਰ ਦੇਵਾਂਗਾ, ਮੈਂ ਤੈਨੂੰ ਬੰਧਨਾਂ ਤੋਂ ਤੋੜਾਂਗਾ। ਪ੍ਰਭੂ ਦਾ ਵਾਅਦਾ ਹੈ, ਪਰ ਅਸੀਂ ਉਸ ਵਾਅਦੇ ਨੂੰ ਆਪਣੀ ਮਰਜ਼ੀ ਨਾਲ ਤੋੜ ਮਰੋੜ ਲੈਂਦੇ ਹਾਂ। ਉਹਨੇ ਕਿਹਾ ਕਿ 7ਵੇਂ ਦਿਨ ਮੇਰੇ ਭਵਨ ਦੇ ਵਿੱਚ ਆ। ਪਰਮੇਸ਼ਰ ਦਾ ਭਵਨ ਸਾਡਾ ਸਰੀਰ ਆ, ਔਰ ਅਸੀਂ ਆਪਣਾ ਸਰੀਰ ਜਿੱਥੇ ਵੀ ਲੈ ਕੇ ਬਹਿ ਜਾਈਏ, ਪ੍ਰਭੂ ਦਾ ਵਾਅਦਾ ਆ ਕਿ ਮੈਂ ਉੱਥੇ ਹੀ ਆ। ਹਾਲੇਲੂਇਆ। ਉਹ ਕਣ ਕਣ ਦੇ ਵਿੱਚ ਵਸਣ ਵਾਲਾ ਪਰਮੇਸ਼ਰ ਆ। ਉਹ ਠੰਡੇ ਹਵਾ ਦੇ ਝੋਕੇ ਵਾਂਗੂ ਆਉਂਦਾ ਆ। ਉਹ ਜਦੋਂ ਸਾਨੂੰ ਛੂੰਹਦਾ ਸਾਡੀਆਂ ਚੀਕਾਂ ਨਹੀਂ ਮਰਾਉਂਦਾ, ਸਾਨੂੰ ਬੇਹੋਸ਼ ਜਾਂ ਬੇਸੁਰਤ ਨਹੀਂ ਕਰਦਾ। ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕਰਨਾ, ਸ਼ਾਂਤ ਮਨ 'ਚ ਅੱਖਾਂ ਬੰਦ ਕਰਕੇ ਬਹਿ ਜਾਓ, ਮਹਿਸੂਸ ਕਰਿਓ ਕਿ ਪਰਮੇਸ਼ਰ ਇੱਕ ਠੰਡੀ ਹਵਾ ਦੀ ਤਰ੍ਹਾਂ ਤੁਹਾਨੂੰ ਛੂੰਹਦਾ। ਔਰ ਮੈਂ ਤਾਂ ਸਿਰਫ ਅੱਜ ਤੱਕ ਪਰਮੇਸ਼ਰ ਨੂੰ ਇੱਦਾਂ ਹੀ ਮਹਿਸੂਸ ਕੀਤਾ ਕਿ ਪ੍ਰਭੂ ਨੇ ਤਾਂ ਮੈਨੂੰ ਇੱਕ ਠੰਡੀ ਹਵਾ ਨਾਲ ਹੀ ਛੂਹਿਆ ਆ। ਮੈਂ ਉਹਨੂੰ ਦੇਖਿਆ ਨਹੀਂ, ਮੈਂ ਉਹਨੂੰ ਖਾਸ ਐਕਸਪੀਰੀਅੰਸ ਨਹੀਂ ਕੀਤਾ, ਪਰ ਮੈਂ ਜਦ ਵੀ ਅੱਖਾਂ ਬੰਦ ਕਰਕੇ ਦੁਆ ਕਰਦੀ ਨਾ, ਚਾਹੇ ਛੱਤ ਦਾ ਪੱਖਾ ਉਹ ਚੱਲਦਾ ਹੋਵੇ ਜਾਂ ਨਾ ਚੱਲਦਾ ਹੋਵੇ, ਮੈਂ ਆਪਣੇ ਆਪ 'ਚ ਇੱਕ ਠੰਡੀ ਹਵਾ ਨੂੰ ਮਹਿਸੂਸ ਕਰਦੀ ਕਿ ਮੈਨੂੰ ਕਿਸੇ ਪਾਸੋਂ ਠੰਡੀ ਹਵਾ ਲੱਗ ਰਹੀ ਹੈ। ਔਰ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ, ਮੇਰੀ ਸੋਚ ਦੇ ਹਿਸਾਬ ਨਾਲ ਪਰਮੇਸ਼ਰ ਇਸੇ ਤਰ੍ਹਾਂ ਹੀ ਸਾਨੂੰ ਛੂੰਹਦਾ ਆ। ਉਹ ਸਾਨੂੰ ਝਟਕੇ ਨਹੀਂ ਲਵਾਉਂਦਾ, ਸਾਨੂੰ ਦੁੱਖ ਨਹੀਂ ਦਿੰਦਾ। ਉਹ ਤੜਫਾਉਣ ਵਾਲਾ ਨਹੀਂ, ਉਹ ਸ਼ਾਂਤੀ ਵਾਲਾ ਆ। ਉਹ ਆਰਾਮ ਦਿੰਦਾ। ਤੇ ਜਦੋਂ ਉਹ ਠੰਡੀ ਹਵਾ ਛੂੰਹਦੀ ਆ ਨਾ, ਇੱਦਾਂ ਲੱਗਦਾ ਕਿ ਅਸੀਂ ਬੱਦਲਾਂ 'ਚ ਉੱਡ ਰਹੇ ਹਾਂ। ਇਸ ਚੀਜ਼ ਨੂੰ ਮਹਿਸੂਸ ਕਰਿਓ। ਔਰ ਇਹ ਚੀਜ਼ ਅਸੀਂ ਸੰਗਤ ਵਿੱਚ ਵੀ ਮਹਿਸੂਸ ਕਰ ਸਕਦੇ ਹਾਂ। ਚਰਚ ਵਿੱਚ ਵੀ ਮੈਂ 1-2 ਵਾਰ ਇਹ ਚੀਜ਼ ਮਹਿਸੂਸ ਕੀਤੀ ਆ, ਜਦੋਂ ਮੈਂ ਵਰਸ਼ਿਪ ਦੇ ਵਿੱਚ ਸੀ ਔਰ ਮੇਰੇ ਹੱਥਾਂ ਦੇ ਵਿੱਚੋਂ ਸੇਕ ਨਿਕਲਦਾ ਹੁੰਦਾ, ਪਰ ਮੇਰੀ ਬਾਡੀ ਨੂੰ ਠੰਡਾ ਲੱਗ ਰਿਹਾ ਹੁੰਦਾ। ਇਹ ਚੀਜ਼ ਮੈਂ ਮਹਿਸੂਸ ਕੀਤੀ। ਮੇਰੇ ਹਿਸਾਬ ਦੇ ਵਿੱਚ ਆਤਮਾ ਦਾ ਛੂਹਣਾ ਇਹ ਆ, ਹਰ ਇੱਕ ਦੇ ਹਿਸਾਬ ਦੇ ਨਾਲ ਇੱਕ ਵਿਸ਼ਵਾਸ ਦੇ ਨਾਲ ਹੈ ਕਿ ਪਰਮੇਸ਼ਰ ਮੈਨੂੰ ਇਸ ਤਰ੍ਹਾਂ ਛੂੰਹਦਾ ਆ, ਪਰ ਚੀਕਾਂ ਰੌਲਿਆਂ ਵਾਲਾ ਤਾਂ ਨਹੀਂ ਹੈ। ਇਹ ਤਾਂ ਗੱਲ ਸਾਡੀ ਕਲੀਅਰ ਆ। ਪਰ ਪ੍ਰਭੂ ਕਹਿੰਦਾ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਹੈਕਲ ਦੇ ਵਿੱਚ ਬੈਠੋ, ਮੇਰੇ ਭਵਨ ਦੇ ਵਿੱਚ ਆਓ, ਮੇਰੀ ਹਜ਼ੂਰੀ 'ਚ ਆਓ, ਤੇ ਮੈਂ ਤੁਹਾਡੀ ਸੁਣਾਂਗਾ ਤੇ ਤੁਹਾਨੂੰ ਚੰਗਾ ਕਰਾਂਗਾ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਅਫਸੀਆਂ 2 ਉਹਦੀ 19, 21 ਔਰ 22 ਨੰਬਰ ਆਇਤ ਨੂੰ। ਸੋ ਹੁਣ ਤੋਂ ਤੁਸੀਂ ਪਰਾਏ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ, ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣ ਜਾਂਦੀ ਹੈ, ਜਿਸ ਵਿੱਚ ਤੁਸੀਂ ਵੀ ਆਤਮਾ ਰਾਹੀਂ ਪਰਮੇਸ਼ਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਹਾਲੇਲੂਇਆ। ਹੁਣ ਇਸ ਵਚਨ ਦੇ ਦੁਆਰਾ ਸਾਡਾ ਉਹ ਵਚਨ ਦਾ ਵਹਿਮ ਟੁੱਟਦਾ ਕਿ ਪ੍ਰਭੂ ਕਹਿੰਦਾ ਵੀ 7ਵੇਂ ਦਿਨ ਮੇਰੇ ਭਵਨ 'ਚ ਆਓ। ਪਰ ਇੱਥੇ ਪਰਮੇਸ਼ਰ ਨੇ ਸਾਨੂੰ ਪੂਰੀ ਕਲੀਅਰ ਗੱਲ ਕਰਕੇ ਦੱਸ ਦਿੱਤੀ ਕਿ ਤੁਸੀਂ ਵੀ ਆਤਮਾ ਰਾਹੀਂ ਪਰਮੇਸ਼ਰ ਦਾ ਭਵਨ ਆ। ਹਾਲੇਲੂਇਆ। ਆਤਮਾ ਦੇ ਰਾਹੀਂ, ਜਦ ਕਿ ਵਚਨ ਦੇ ਵਿੱਚ ਪਰਮੇਸ਼ਰ ਹਰ ਗੱਲ 'ਚ ਕੀ ਕਹਿੰਦਾ ਕਿ ਤੁਸੀਂ ਸੰਸਾਰ ਦੇ ਨਹੀਂ ਆ, ਮੈਂ ਸੰਸਾਰ ਦਾ ਨਹੀਂ ਆ, ਸਾਡਾ ਸਰੀਰਕ ਰਿਸ਼ਤਾ ਨਹੀਂ ਆ, ਸਾਡਾ ਆਤਮਿਕ ਰਿਸ਼ਤਾ ਆ। ਤੇ ਆਤਮਿਕ ਰਿਸ਼ਤੇ ਦੇ ਵਿੱਚ ਪਰਮੇਸ਼ਰ ਕੀ ਕਹਿੰਦਾ ਕਿ ਤੁਸੀਂ ਆਤਮਾ ਦੇ ਰਾਹੀਂ ਪਰਮੇਸ਼ਰ ਦਾ ਭਵਨ ਆ। ਹਾਲੇਲੂਇਆ। ਹੁਣ ਅਸੀਂ ਕਹਿੰਦੇ ਕਿ ਪ੍ਰਭੂ ਕਹਿੰਦਾ 7ਵੇਂ ਦਿਨ ਮੇਰੇ ਭਵਨ 'ਚ ਆਓ। ਇੱਕ ਸ਼ੱਕ ਸਾਡਾ ਨਿਕਲ ਗਿਆ ਨਾ ਕਿ ਪਰਮੇਸ਼ਰ ਨੇ ਭਵਨ ਕਿਹਨੂੰ ਕਿਹਾ? ਸਾਡੇ ਸਰੀਰ ਨੂੰ। ਇਹ ਨਹੀਂ
कि असी उस अपने हत्थ दे बनाए भवन दे विच जाके तां बह गए, पर जिहड़ा परमेशर दा भवन आ उहनूं उत्थे तां लै गए, पर साडा मन किते होर ही फिरदा। साडा मन की आ कि मैं कपड़े धो के आई सी ते पिछों मींह ना आ जावे, वो भेजे ना जान। सानूं इह आ कि साडे अज रिश्तेदारां ने आउणा सी, पास्टर तां टाइम ही बड़ा लाई जांदा, कदों वचन खत्म होएगा, किते वो आ ना जान। की फायदा साडा उत्थे गए दा? अपना मन परमेशर दे भवन दे विच टिकाओ, और परमेशर दा भवन साडा शरीर आ। बेशक असी अपने बनाए हत्थ दी इमारत विच जाइए चाहे ना जाइए, चाहे जाइए चाहे ना जाइए, पर जिहड़ा परमेशर दे द्वारा बनाया होया भवन है ना, अगर असी 100% ਉਹਦੇ ਵਿੱਚ खरे होके किसी उजाड़ जगह ਦੇ ਵਿੱਚ ਬਹਿ ਕੇ ਵੀ दुआ कर दईए ना, ਤਾਂ ਉੱਥੇ ਵੀ परमेशर ठंडी हवा ਦੇ ਝੋਕੇ ਦੇ ਨਾਲ ਸਾਨੂੰ ਛੂਏਗਾ ਅਤੇ ਸਾਨੂੰ ਦੱਸੇਗਾ ਕਿ ਹਾਂ मैं तेरे अंग संग आ। हालेलुया। परमेशर कित्थे साडे अंग अते संग आ, अते वो इस गल दी हजूरी नूं साडे ते प्रगट जरूर करदा। कमी साडे च आ कि असी पूरे तरीके नाल आत्मा च बहिंदे ही नहीं, ना असी अपने हत्थ दी बनाई इमारत विच टिक के बह पाउने आ, ना ही असी अपने परमेशर दी हैकल दे विच टिक के बह पाउने। कमी साडे च आ कि सानूं अज तक प्रभु दे भवन दा मतलब ही नहीं पता लग्या। अज दा वचन सानूं दसदा कि सब तो उत्तम, सब तो पहला ਅਤੇ ਸਭ ਤੋਂ ਮਹੱਤਵਪੂਰਨ ਪਰਮੇਸ਼ਰ ਦਾ ਮੰਦਰ, ਪ੍ਰਭੂ ਦੀ ਹੈਕਲ ਸਾਡਾ ਸਰੀਰ ਆ। ਅਤੇ ਜਿਹੜਾ ਇਸ ਸਰੀਰ ਨੂੰ ਲੈ ਕੇ ਭਾਵੇਂ ਉਜਾੜ 'ਚ, ਭਾਵੇਂ ਗਲੀ 'ਚ, ਭਾਵੇਂ ਜਿੱਥੇ ਮਰਜ਼ੀ ਬਹਿ ਜੇ, ਉੱਥੇ ਪਰਮੇਸ਼ਰ ਤੁਹਾਡੇ 'ਚ ਮੌਜੂਦ ਆ। ਅਤੇ ਤੁਹਾਡੀ ਹਾਜ਼ਰੀ ਉੱਥੇ ਹੀ ਕਬੂਲ ਕੀਤੀ ਜਾਊਗੀ ਜਿੱਥੇ ਤੁਸੀਂ 100% ਆ। ਲੱਖਾਂ ਦੀ ਭੀੜ ਵਿੱਚ ਬਹਿ ਜਾਓ, ਜੇ ਤੁਸੀਂ ਭੈਣਾਂ ਦੀਆਂ ਚੁੰਨੀਆਂ ਹੀ ਪਛਾਣਨ 'ਚ ਰਹਿ ਗਏ ਤਾਂ ਸਾਡਾ ਉੱਥੇ ਜਾਣਾ ਵਿਅਰਥ ਆ। ਜੇ ਅਸੀਂ ਇੱਕ ਦੂਜੇ ਨੂੰ ਪਛਾਣਦੇ, ਦੂਰੋਂ ਵੇਖਦੇ ਵੀ ਸਾਡੇ ਨਾਲ ਦਾ ਕਿੱਧਰ ਗਿਆ, ਇਹੀ ਕਰਦੇ ਰਹਿ ਗਏ, ਸਾਡਾ ਉੱਥੇ ਜਾਣਾ ਵਿਅਰਥ ਆ। ਮੈਂ ਇਹ ਨਹੀਂ ਕਹਿ ਰਹੀ ਕਿ ਭਵਨ ਦੇ ਵਿੱਚ ਜਾਣਾ ਵਿਅਰਥ ਆ, ਪਰ ਭਵਨ ਦੇ ਵਿੱਚ ਜਾ ਕੇ ਕੁਝ ਖਾਲੀ ਮੁੜ ਆਉਣਾ, ਕੁਝ ਲੈ ਕੇ ਨਾ ਆਉਣਾ, ਉਹ ਵਿਅਰਥ ਆ। ਜੇ ਅਸੀਂ ਭਵਨ 'ਚ ਜਾ ਕੇ ਕੁਝ ਲਿਆ ਨਹੀਂ ਪਾ ਰਹੇ ਤਾਂ ਬੈਸਟ ਆ ਕਿ ਅਸੀਂ ਘਰੇ ਬਹਿ ਕੇ ਹੀ ਸਭ ਕੁਝ ਕਰ ਲਈਏ, ਤਾਂ ਕਿ ਅਸੀਂ ਘਰੇ ਹੀ ਸਭ ਕੁਝ ਪ੍ਰਾਪਤ ਕਰ ਲਈਏ ਜਿੱਥੇ ਸਾਡਾ ਮਨ ਟਿਕਦਾ ਆ। ਸਾਰੀ ਗੱਲ ਵਿਸ਼ਵਾਸ ਅਤੇ ਆਤਮਾ ਦੀ। ਜਿੱਥੇ ਸਾਡਾ ਆਤਮਾ, ਜਿੱਥੇ ਸਾਡਾ ਵਿਸ਼ਵਾਸ, ਉੱਥੇ ਹੀ ਆਪਣੇ ਆਪ ਨੂੰ ਮਜ਼ਬੂਤੀ ਨਾਲ ਬਸ ਬਿਠਾ ਲਓ, ਬਹਿ ਜਾਓ ਉੱਥੇ ਹੀ ਕਹਿ ਦਿਓ ਵੀ ਪ੍ਰਭੂ ਬਸ ਇੱਥੇ ਹੀ ਆ ਜਾ, ਤਾਂ ਪਰਮੇਸ਼ਰ ਉੱਥੇ ਵੀ ਹਾਜ਼ਰ ਹੁੰਦਾ ਆ। ਤੁਸੀਂ ਸਿਰਫ ਬਣੀ ਬਣਾਈ ਪ੍ਰੇਅਰ ਦੇਖਦੇ ਹੋ, ਤੁਹਾਨੂੰ ਨਹੀਂ ਪਤਾ ਕਿ ਪ੍ਰੇਅਰ ਕਿੱਥੇ ਬਹਿ ਕੇ ਬਣਾਈ ਜਾਂਦੀ ਹੈ। ਜਿਸ ਦਿਨ ਸਾਡੇ ਘਰੇ ਗੈਸਟ ਆਏ ਹੁੰਦੇ, ਉਸ ਦਿਨ ਮੈਂ ਮੱਝਾਂ ਵਾਲੇ ਕਮਰੇ 'ਚ ਬਹਿ ਕੇ ਪ੍ਰੇਅਰ ਬਣਾਉਣੀ ਆ। ਮੱਝਾਂ ਵਾਲੇ ਸਾਡੇ ਕਮਰੇ ਦਾ ਹਾਲਤ ਇੰਨੀ ਮਾੜੀ ਆ ਕਿ ਉੱਥੇ ਬੰਦਾ ਪੈਰ ਨਹੀਂ ਰੱਖਣਾ ਚਾਹੁੰਦਾ, ਉੱਥੇ ਪਾਥੀਆਂ, ਉੱਥੇ ਕਚਰਾ, ਉੱਥੇ ਗੰਦ ਪਿਲ ਸਾਡਾ ਸਿੱਟਿਆ ਹੋਇਆ। ਪਰ ਮੈਂ ਉੱਥੇ ਬਹਿ ਕੇ ਵੀ ਪ੍ਰੇਅਰ ਬਣਾਉਣੀ, ਪਰ ਕੀ ਉਹ ਪ੍ਰੇਅਰ ਅਸਰ ਨਹੀਂ ਲੈ ਕੇ ਆਉਂਦੀ? ਕੀ ਉਹ ਪਰਮੇਸ਼ਰ ਚੰਗੀ ਜਗ੍ਹਾ 'ਤੇ ਹੀ ਆਉਂਦਾ? ਉਸ ਕਮਰੇ ਵਿੱਚ ਸਮੈਲ ਆ ਰਹੀ ਹੁੰਦੀ ਗੋਹੇ ਦੀ, ਪਰ ਜਦੋਂ ਰਿਸ਼ਤੇਦਾਰ ਅੰਦਰ ਹੁੰਦੇ ਉੱਥੇ ਰੌਲਾ ਰੱਪਾ ਬਹੁਤ ਪੈ ਰਿਹਾ ਹੁੰਦਾ, ਅਤੇ ਉਹ ਬਾਹਰ ਉੱਥੇ ਮੱਛਰ ਇੰਨਾ ਜ਼ਿਆਦਾ, ਉੱਥੇ ਗਰਮੀ ਦੇ ਨਾਲ ਮੈਂ ਭਿੱਜ ਜਾਂਦੀ, ਪਰ ਮੈਂ ਫਿਰ ਵੀ ਪ੍ਰੇਅਰ ਬਣਾਉਣੀ ਉੱਥੇ ਬਹਿ ਕੇ, ਕਿਉਂਕਿ ਮੈਨੂੰ ਇਸ ਗੱਲ ਨਾਲ ਨਹੀਂ ਹੈਗਾ ਕਿ ਪਰਮੇਸ਼ਰ ਮੈਂ ਬੈੱਡ 'ਤੇ ਬਹਿ ਕੇ ਦੁਆ ਕਰਾਂਗੀ ਤਾਂ ਫੇਰ ਹੀ ਸੁਣੇਗਾ, ਜਾਂ ਫਿਰ ਮੈਂ ਫਰਸ਼ ਦੇ ਥੱਲੇ ਗੋਡੇ ਲਾ ਕੇ ਬੈਠਾਂਗੀ ਫੇਰ ਹੀ ਸੁਣੇਗਾ। ਮੈਂ ਜਿੱਥੇ ਮਰਜ਼ੀ ਬਹਿ ਜਾ, ਮੇਰਾ ਵਿਸ਼ਵਾਸ ਕਹਿੰਦਾ ਕਿ ਮੇਰਾ ਪਰਮੇਸ਼ਰ ਹਰ ਵੇਲੇ ਮੇਰੇ ਅੰਗ ਸੰਗ ਆ। ਹਾਲੇਲੂਇਆ। ਈਵਨ ਕਿ ਬਹੁਤ ਸਾਰੇ ਕਹਿੰਦੇ ਕਿ ਨਹਾਉਂਦੇ ਹੋਏ ਤੇ ਬਾਥਰੂਮ 'ਚ ਦੁਆ ਨਹੀਂ ਕਰਨੀ, ਮੈਂ ਉੱਥੇ ਵੀ ਕਰਦੀ ਹਾਂ, ਕਿਉਂਕਿ ਜੇ ਇਹੀ ਹੁੰਦਾ ਬਾਥਰੂਮ ਦੇ ਵਿੱਚ, ਟੋਇਲਟ ਦੇ ਵਿੱਚ ਪਰਮੇਸ਼ਰ ਨਾ ਸੁਣਦਾ, ਤਾਂ ਸਭ ਤੋਂ ਵੱਧ ਪਾਪ ਬਾਥਰੂਮਾਂ ਦੇ ਵਿੱਚ ਹੀ ਹੁੰਦੇ। ਸਭ ਤੋਂ ਵੱਧ ਸ਼ੈਤਾਨ ਅਟੈਕ ਬਾਥਰੂਮਾਂ 'ਚ ਹੀ ਕਰਦਾ, ਉੱਥੇ ਬੰਦੇ ਮਾਰ ਕੇ ਆ ਜਾਂਦਾ, ਕਿਉਂ? ਉੱਥੇ ਕਿਹੜਾ ਪਰਮੇਸ਼ਰ ਵੇਖਦਾ ਤੇ ਸੁਣਦਾ। ਅਸੀਂ ਸਭ ਨੇ ਉਤਪਤ ਪੜ੍ਹਿਆ ਕਿ ਆਦਮ ਤੇ ਹਵਾ ਬਿਲਕੁਲ ਵਸਤਰਹੀਨ ਪਰਮੇਸ਼ਰ ਕੋਲੇ ਰਹਿੰਦੇ ਸੀ। ਜੇ ਇਹ ਗੱਲਾਂ ਪ੍ਰਭੂ ਦੇ ਨਾਲ ਮੈਟਰ ਕਰਦੀਆਂ ਤਾਂ ਫਿਰ ਇੱਕ ਇਨਸਾਨ, ਮੈਂ ਕਹਿੰਦੀ ਕਿ ਆਪਣੇ ਘਰ ਨਾਲੋਂ ਵੱਡਾ ਬਾਥਰੂਮ ਬਣਾਉਂਦਾ ਤੇ ਉੱਥੇ ਬਹਿ ਕੇ ਜੋ ਮਰਜ਼ੀ ਗੁਨਾਹ ਪਾਪ ਕਰ ਲੈਂਦਾ। ਅਸੀਂ ਕਿੱਥੇ ਬੈਠੇ ਹਾਂ ਇਹ ਮੈਟਰ ਨਹੀਂ ਕਰਦਾ, ਅਸੀਂ ਕੀ ਕਰ ਰਹੇ ਹਾਂ ਇਹ ਮੈਟਰ ਕਰਦਾ ਆ। ਅਸੀਂ ਚਰਚ 'ਚ ਬਹਿ ਕੇ ਵੀ ਇੱਧਰ ਉੱਧਰ ਵੇਖ ਰਹੇ ਹਾਂ, ਵਾਸੀਆਂ ਮਾਰ ਰਹੇ ਹਾਂ, ਟਾਈਮ ਦੇਖ ਰਹੇ ਹਾਂ ਵਾਰ-ਵਾਰ, ਸਾਡਾ ਜਾਣਾ ਵਿਅਰਥ ਆ। ਅਸੀਂ ਆਪਣੇ ਘਰ ਵਿੱਚ ਬੈਠੇ ਪੂਰਾ ਮਨ ਲਗਾ ਕੇ ਸ਼ਾਂਤੀ ਨਾਲ ਬੈਠੇ, ਦੁਪਹਿਰ ਦੇ ਵੇਲੇ ਕੋਈ ਚੂੰ ਚੈ ਨਹੀਂ, ਕਿਸੇ ਪਾਸੇ ਦੀ ਨਹੀਂ, ਮਨ ਬਿਲਕੁਲ ਰਿਲੈਕਸ ਆ, ਸ਼ਾਂਤ ਆ, ਅਸੀਂ ਉੱਥੇ ਵੀ ਬਹਿ ਕੇ ਕਰ ਰਹੇ। ਮੈਂ ਕਹਿੰਦੀ ਅਸੀਂ ਚਰਚ ਨਾਲੋਂ ਵੱਡਾ ਫਲ ਆਪਣੇ ਘਰੇ ਹੀ ਪ੍ਰਾਪਤ ਕਰ ਲਾਂਗੇ। ਹਾਲੇਲੂਇਆ। ਵਚਨ ਕਹਿੰਦਾ ਜਿਹਦੇ ਵਿੱਚ ਸਾਰੀ ਇਮਾਰਤ ਜੁੜ ਕੇ ਪ੍ਰਭੂ ਦੀ ਇੱਕ ਪਵਿੱਤਰ ਹੈਕਲ ਬਣਦੀ ਆ। ਪ੍ਰਭੂ ਕਹਿੰਦਾ ਤੁਸੀਂ ਜਿੱਥੇ ਵੀ ਬਹਿ ਗਏ, ਜਿਸ ਵੀ ਜਗ੍ਹਾ 'ਤੇ ਬਹਿ ਗਏ, ਉੱਥੇ ਤੁਸੀਂ ਆਤਮਾ ਦੇ ਨਾਲ ਜੁੜ ਕੇ ਇੱਕ ਇਮਾਰਤ ਬਣ ਜਾਂਦੇ ਆ। ਔਰ ਉਹ ਇਮਾਰਤ ਆਤਮਾ ਦੀ ਅਜਿਹੀ ਮਜ਼ਬੂਤ ਹੁੰਦੀ ਆ ਨਾ ਕਿ ਤੁਸੀਂ ਜੜ੍ਹਾਂ ਪੱਟ ਦੋ ਸ਼ੈਤਾਨ ਦੀਆਂ, ਪਰ ਅਸੀਂ ਹਜੇ ਇੱਕ ਮਨ ਨਹੀਂ ਹੋ ਪਾਉਂਦੇ। ਮਨ ਟਿਕਾਓ, ਬੈਠੇ ਕਿੱਥੇ ਆ ਇਹ ਮੈਟਰ ਨਹੀਂ ਕਰਦਾ। ਹਾਲੇਲੂਇਆ। ਲਾਸਟ ਵਚਨ 'ਚੋਂ ਪੜਾਂਗੇ ਇਬਰਾਨੀਆਂ 3:12 ਔਰ 13 ਨੰਬਰ ਆਇਤ ਨੂੰ। ਹੇ ਭਰਾਵੋ,
ਵੇਖਣਾ ਕਿ ਜਿਉਂਦੇ ਪਰਮੇਸ਼ਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਦੁਸ਼ਟ ਅਤੇ ਅਵਿਸ਼ਵਾਸੀ ਨਾ ਹੋ ਜਾਵੇ। ਸਗੋਂ ਜਿੰਨਾ ਚਿਰ ਅੱਜ ਦਾ ਦਿਨ ਕਿਹਾ ਜਾਂਦਾ ਹੈ, ਤੁਸੀਂ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ। ਹਾਲੇਲੂਇਆ। ਹੁਣ ਇਸ ਵਚਨ ਦੇ ਵਿੱਚੋਂ ਸਾਰੇ ਵਚਨ ਦਾ ਸਾਰ ਅਤੇ ਇੱਕ ਨਵੀਂ ਸਿੱਖਿਆ ਸਾਨੂੰ ਸਿੱਖਣ ਨੂੰ ਮਿਲਦੀ। ਸਭ ਤੋਂ ਪਹਿਲਾਂ ਉਹਨੇ ਕੀ ਕਿਹਾ ਕਿ ਹੇ ਪ੍ਰਭੂ, ਵੇਖਣਾ ਕਿ ਜਿਉਂਦੇ ਪਰਮੇਸ਼ਰ ਤੋਂ ਬੇਮੁਖ ਨਾ ਹੋ ਜਾਣਾ। ਅਗਰ ਸਾਨੂੰ ਲੱਗਦਾ ਵੀ ਸਾਡੇ ਘਰ 'ਚ ਕਿਸੇ ਨੂੰ ਬਾਈਬਲ ਪੜ੍ਹਨੀ ਨਹੀਂ ਆਉਂਦੀ, ਜਾਂ ਸਾਡੇ ਬੱਚੇ ਨੇ ਜੋ ਸਾਨੂੰ ਪੜ੍ਹ ਕੇ ਨਹੀਂ ਸੁਣਾਉਂਦੇ ਨਹੀਂ ਆ, ਜਾਂ ਫਿਰ ਕੀ ਆ ਵੀ ਸਾਨੂੰ ਆਪਣਾ ਪੜ੍ਹਿਆ ਸਮਝ ਨਹੀਂ ਆਉਂਦਾ, ਫਿਰ ਤੁਸੀਂ ਚਰਚ ਜਾਓ, ਕਿਉਂਕਿ ਉਹ ਚਰਚਾਂ ਸਾਨੂੰ ਸਿਖਾਉਣ ਦੇ ਲਈ ਖੋਲ੍ਹੀਆਂ ਗਈਆਂ ਨੇ। ਉਹ ਉਪਦੇਸ਼ ਸਾਨੂੰ ਦੱਸਣ ਦੇ ਲਈ ਖੋਲ੍ਹਿਆ ਜਾਂਦਾ। ਜੇ ਅਸੀਂ ਸੁਣਾਂਗੇ ਨਹੀਂ ਤਾਂ ਉਸ ਵਚਨ ਨੂੰ ਖੋਲ੍ਹਣ ਦਾ ਕੋਈ ਫਾਇਦਾ ਨਹੀਂ। ਅਗਰ ਕੋਈ ਸਿਖਾ ਰਿਹਾ ਉੱਥੋਂ ਸਿੱਖੋ, ਜੇ ਤੁਹਾਨੂੰ ਘਰ 'ਚ ਸਮਝ ਨਹੀਂ ਆ ਰਹੀ ਸਿੱਖੋ। ਮੇਨ ਗੱਲ ਇਹ ਆ, ਚਰਚ ਜਾਣਾ ਜ਼ਰੂਰੀ ਵੀ ਹੈ ਅਤੇ ਨਹੀਂ ਵੀ ਆ। ਜੇ ਅਸੀਂ ਉੱਥੋਂ ਸਿੱਖ ਰਹੇ ਹਾਂ ਜ਼ਰੂਰੀ ਆ, ਜੇ ਨਹੀਂ ਸਿੱਖ ਰਹੇ ਨਹੀਂ ਜ਼ਰੂਰੀ ਆ। ਆਤਮਾ, ਮਨ, ਵਿਸ਼ਵਾਸ ਸਾਡਾ ਕੀ ਕਹਿੰਦਾ, ਇਹਦੇ 'ਤੇ ਸਾਡਾ ਸਾਰਾ ਫਲ ਡਿਪੈਂਡ ਕਰਦਾ। ਤਾਂ ਵਚਨ ਕਹਿੰਦਾ ਕਿ ਹੇ ਭਰਾਵੋ, ਵੇਖਣਾ ਕਿ ਤੁਸੀਂ ਜਿਉਂਦੇ ਪਰਮੇਸ਼ਰ ਤੋਂ ਬੇਮੁਖ ਨਾ ਹੋ ਜਾਣਾ। ਇਹ ਨਾ ਸੋਚੋ ਵੀ ਚਰਚ ਜਾਣਾ ਜ਼ਰੂਰੀ ਨਹੀਂ ਤਾਂ ਅਸੀਂ ਘਰੇ ਬਹਿ ਗਏ ਅਤੇ ਘਰੇ ਵੀ ਸਾਨੂੰ ਵਚਨ ਨਹੀਂ ਸਮਝ ਆ ਰਿਹਾ। ਜਿੱਥੇ ਸਮਝ ਆ ਰਿਹਾ ਉੱਥੇ ਜਾਓ। ਅਰ ਕੀ ਕਹਿੰਦਾ ਕਿ ਅਵਿਸ਼ਵਾਸੀ ਨਾ ਹੋ ਜਾਓ, ਕਿਤੇ ਟੁੱਟ ਨਾ ਜਾਇਓ, ਪਰਮੇਸ਼ਰ ਤੋਂ ਅਲੱਗ ਨਾ ਹੋ ਜਾਇਓ। ਇਸ ਲਈ ਤੁਸੀਂ ਨਹੀਂ ਸਮਝ ਆਉਂਦੀ ਤਾਂ ਜਾਓ, ਪਰ ਜਿਨ੍ਹਾਂ ਨੂੰ ਸਮਝ ਆਉਂਦੀ ਪਰਮੇਸ਼ਰ ਉਹਨਾਂ ਨੂੰ ਕੀ ਕਹਿੰਦਾ ਕਿ ਸਗੋਂ ਜਿੰਨਾ ਚਿਰ ਅੱਜ ਦਾ ਦਿਨ ਕਿਹਾ ਗਿਆ ਕਿ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ। ਹਾਲੇਲੂਇਆ। ਹੁਣ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਨ ਦਾ ਕੀ ਮਤਲਬ ਨਿਕਲਿਆ? ਜੇ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਸਿਰਫ ਪਾਸਟਰ ਦਾ ਹੀ ਉਪਦੇਸ਼ ਸੁਣੋ ਤਾਂ ਉਹ ਇਹ ਨਹੀਂ ਕਹਿੰਦਾ ਵੀ ਹਰ ਰੋਜ਼, ਕਿਉਂਕਿ ਪ੍ਰਭੂ ਨੂੰ ਵੀ ਪਤਾ ਵੀ ਹਰ ਰੋਜ਼ ਇੱਕ ਪਾਸਟਰ ਸਾਨੂੰ ਉਪਦੇਸ਼ ਨਹੀਂ ਸੁਣਾ ਸਕਦਾ। ਚਲੋ ਅੱਜ ਡਿਜੀਟਲ ਜ਼ਮਾਨਾ ਹੈ, ਅੱਜ ਅਸੀਂ ਕੁਛ ਵੀ YouTube ਤੋਂ ਦੇਖ ਸਕਦੇ ਕਿਸੇ ਵੀ ਟਾਈਮ, ਹਰ ਰੋਜ਼ ਕੀ ਦਿਨ 'ਚ 5 ਵਾਰੀ ਭਾਵੇਂ 10 ਵਾਰੀ। ਪਰ ਜਿਸ ਵੇਲੇ ਵਚਨ ਲਿਖਿਆ ਗਿਆ ਉਦੋਂ ਕੋਈ ਟੈਕਨੋਲੋਜੀ ਨਹੀਂ ਸੀ। ਉਹਨੇ ਕੀ ਕਿਹਾ ਕਿ ਹਰ ਰੋਜ਼ ਉਪਦੇਸ਼ ਕਰੋ। ਮਤਲਬ ਹਰ ਰੋਜ਼ ਦਾਸ ਤਾਂ ਕਰ ਨਹੀਂ ਸਕਦਾ, ਹਰ ਰੋਜ਼ ਪਾਸਟਰ ਤਾਂ ਕਰ ਨਹੀਂ ਸਕਦਾ, ਫਿਰ ਹਰ ਰੋਜ਼ ਕੌਣ ਕਰੇ? ਇੱਕ ਦੂਜੇ ਦੇ ਨਾਲ ਕਰੀਏ ਨਾ। ਜਦੋਂ ਅਸੀਂ ਇੱਕ ਦੂਜੇ ਦੇ ਨਾਲ ਉਪਦੇਸ਼ ਕਰਾਂਗੇ ਤਾਂ ਪਰਮੇਸ਼ਰ ਕਹਿੰਦਾ ਮੈਂ ਤਾਂ ਉਹ ਵੀ ਸੁਣਦਾ ਆ। ਕਹਿੰਦਾ ਇੱਕ ਦੂਜੇ ਦੇ ਨਾਲ ਤੁਸੀਂ ਉਪਦੇਸ਼ ਕਰਿਆ ਕਰੋ ਕਿਉਂਕਿ ਮੈਂ ਸੁਣਦਾ ਆ। ਕਹਿੰਦਾ ਕੀ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਅਤੇ ਧੋਖੇ ਦੇ ਕਰਕੇ ਕਠੋਰ ਨਾ ਹੋ ਜਾਵੇ। ਹਾਲੇਲੂਇਆ। ਕਿਤੇ ਕੋਈ ਟੁੱਟ ਨਾ ਜਾਵੇ ਪ੍ਰਭੂ ਤੋਂ, ਕਿਤੇ ਕੋਈ ਅਲੱਗ ਨਾ ਹੋ ਜਾਵੇ। ਇਸ ਲਈ ਜਿੱਥੋਂ ਤੁਹਾਨੂੰ ਸਿੱਖਣ ਨੂੰ ਮਿਲਦਾ, ਜਿੱਥੇ ਤੁਹਾਡੀ ਆਤਮਾ ਅਗਵਾਈ ਕਰਦੀ, ਜਿੱਥੇ ਤੁਹਾਡਾ ਆਤਮਾ ਟਿਕਦਾ ਆ, ਖੜਦਾ ਆ, ਉੱਥੇ ਬਹਿ ਜਾਓ ਬਸ, ਅਤੇ ਉੱਥੋਂ ਹਿੱਲਿਓ ਨਾ, ਉਹ ਜਗ੍ਹਾ ਨੂੰ ਛੱਡਿਓ ਨਾ ਜਿੱਥੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ। ਕਿਉਂਕਿ ਸਾਡਾ ਸਾਰਾ ਮਕਸਦ ਸਿੱਖਣਾ ਆ, ਕਿਸੇ ਨੂੰ ਉੱਚਾ ਕਰਨਾ ਜਾਂ ਕਿਸੇ ਨੂੰ ਨੀਵਾਂ ਕਰਨਾ ਨਹੀਂ ਆ। ਅਸੀਂ ਮਸੀਹ ਦੇ ਵਿੱਚ ਸਾਰੇ ਇੱਕ ਬਰਾਬਰ ਆ, ਕੋਈ ਵੱਡਾ, ਕੋਈ ਛੋਟਾ, ਕੋਈ ਨੀਵਾਂ, ਕੋਈ ਉੱਚਾ ਨਹੀਂ ਆ। ਪਰਮੇਸ਼ਰ ਨੇ ਜੋ ਦਾਸ ਨੂੰ ਦਿੱਤਾ ਉਹੀ ਕਲੀਸਿਆ ਨੂੰ ਦਿੱਤਾ। ਉਸੇ ਹੀ ਕਲੀਸਿਆ ਦੇ ਵਿੱਚੋਂ ਦਾਸ ਉੱਠਿਆ ਨਾ। ਜਿਹੜਾ ਦਾਸ ਸੀ ਇਹ ਤਾਂ ਨਹੀਂ ਉਹ ਪਹਿਲਾਂ ਹੀ ਦਾਸ ਬਣ ਗਿਆ, ਪਹਿਲਾਂ ਉਹ ਨਾਰਮਲ ਕਲੀਸਿਆ ਸੀ। ਜੋ ਕਲੀਸਿਆ ਦੇ ਵਿੱਚ ਉੱਠ ਕੇ ਅੱਜ ਉਹ ਦਾਸ ਬਣਿਆ। ਕਿਉਂ ਬਣਿਆ? ਕਿਉਂਕਿ ਉਹਨੇ ਆਪਣੇ ਸਿੱਖਣ 'ਤੇ ਜ਼ੋਰ ਦਿੱਤਾ। ਉਹ ਵੱਧ ਸਿੱਖ ਗਿਆ ਕਿਉਂਕਿ ਉਹਨੇ ਸਿੱਖਣ ਵੱਲ ਜ਼ੋਰ ਦਿੱਤਾ, ਅਤੇ ਅਸੀਂ ਸਿੱਖ ਨਹੀਂ ਪਾਏ ਕਿਉਂਕਿ ਸਾਡਾ ਸਿੱਖਣ ਵੱਲ ਧਿਆਨ ਨਹੀਂ ਸੀ। ਇਸ ਕਰਕੇ ਅਸੀਂ ਆਪ ਪਿੱਛੇ ਰਹੇ ਹਾਂ। ਪ੍ਰਭੂ ਨੇ ਕਿਸੇ ਨੂੰ ਉੱਚਾ, ਨੀਵਾਂ, ਵੱਡਾ, ਛੋਟਾ ਨਹੀਂ ਕੀਤਾ। ਇਸ ਲਈ ਸਿੱਖਣ ਦੇ ਲਈ ਜਾਓ, ਜਿੱਥੋਂ ਸਿੱਖਣ ਨੂੰ ਮਿਲਦਾ ਉੱਥੋਂ ਹੀ ਲੈ ਲਓ। ਜੋ ਤੁਹਾਨੂੰ ਸਹੀ ਲੱਗਦਾ ਉਹਦੀ ਸੁਣੋ। ਵਚਨ ਦੇ ਅਨੁਸਾਰ ਨਾਪੋ, ਤੋਲੋ, ਜਾਂਚੋ ਕਿ ਕਿਹੜਾ ਖਰਾ ਆ, ਕਿਹੜਾ ਖੋਟਾ ਆ। ਖਰਿਆਂ ਦੀ ਚਾਲ 'ਤੇ ਚੱਲੀ ਜਾਓ, ਖੋਟਿਆਂ ਦੀ ਸੰਗਤੀ ਤੋਂ ਦੂਰ ਹੋ ਜਾਓ। ਸਾਡਾ ਮੇਨ ਮਕਸਦ ਸਵਰਗ ਜਾਣਾ ਆ। ਔਰ ਸਵਰਗ ਜਾਣ ਦੇ ਲਈ ਅਸੀਂ ਇੱਕ ਪੌੜੀ ਦੇ ਉੱਤੇ ਖੜ ਕੇ ਕਹੀਏ ਵੀ ਪ੍ਰਭੂ ਇਦੂਗਾ ਤੂੰ ਬਾਂਹ ਫੜ ਲਾ, ਇਹ ਤਾਂ ਹੋਏਗਾ ਨਹੀਂ। ਕਦਮ ਸਾਨੂੰ ਆਪ ਹੀ ਵਧਾਉਣੇ ਪੈਣਗੇ। ਪਰਮੇਸ਼ਰ ਸਾਨੂੰ ਹੱਥ, ਸਰੀਰ, ਲੱਤਾਂ, ਬਾਹਾਂ ਦਿੱਤਾ ਉਹਨੇ, ਉਹਦੇ 'ਚ ਮਿਹਨਤ ਅਸੀਂ ਕਰਦੇ ਹਾਂ। ਅਸੀਂ ਬੀਜਦੇ ਹਾਂ, ਫਿਰ ਉਹਨੂੰ ਪਾਣੀ ਦਿੰਦੇ, ਫਿਰ ਉਹਨੂੰ ਖਾਦ ਦਿੰਦੇ, ਫਿਰ ਉਹਦੀ ਸੰਭਾਲ ਕਰਦੇ, ਫਿਰ ਉਹਨੂੰ ਕੱਟਦੇ ਹਾਂ, ਫਿਰ ਉਹਨੂੰ ਸਾਫ਼ ਕਰਦੇ, ਫਿਰ ਉਹਨੂੰ ਭਿਉਂਦੇ ਹਾਂ, ਫਿਰ ਉਹਦਾ ਆਟਾ ਗੁੰਨਦੇ, ਫਿਰ ਉਹਦੀ ਰੋਟੀ ਬਣਦੀ। ਔਰ ਉਹਨੂੰ ਰੋਟੀ ਨੂੰ ਵੀ ਚੱਕ ਕੇ ਤੋੜ ਕੇ ਖਾਣਾ ਪੈਂਦਾ, ਫਿਰ ਸਾਡਾ ਢਿੱਡ ਭਰਦਾ ਆ। ਜੇ ਸਾਨੂੰ ਆਪਣੇ ਇੱਕ ਟਾਈਮ ਦੇ ਖਾਣੇ ਦੇ ਲਈ ਇੰਨੀ ਮਿਹਨਤ ਕਰਨੀ ਪੈਂਦੀ ਤਾਂ ਉਸ ਸਦਾ ਦੇ ਜੀਵਨ ਦੇ ਲਈ ਕਿੰਨੀ ਮਿਹਨਤ ਕਰਨੀ ਪਏਗੀ। ਇਸ ਲਈ ਟਾਈਮ ਵੇਸਟ ਨਾ ਕਰੋ। ਜੇ ਪੱਲੇ ਨਹੀਂ ਪੈ ਰਿਹਾ ਨਾ ਤਾਂ ਖਾਸ ਪੱਲੇ ਪਾਉਣ ਦੇ ਲਈ ਦੁਆ ਕਰੋ, ਹਾਜ਼ਰੀਆਂ ਲਵਾਉਣ ਦੇ ਲਈ ਨਹੀਂ। ਇਹ ਕੋਈ ਸਕੂਲ ਨਹੀਂ ਹੈ ਕਿ ਜਿੱਥੇ ਸਾਡੀ ਅਟੈਂਡੈਂਸ ਦੇ ਹਿਸਾਬ ਦੇ ਨਾਲ ਸਾਨੂੰ ਪ੍ਰੈਜ਼ੈਂਟ ਦੇ ਹਿਸਾਬ ਦੇ ਨਾਲ ਸਾਨੂੰ ਫਲ ਮਿਲੇਗਾ ਕਿ ਕਿੰਨੇ ਦਿਨ ਅਸੀਂ ਸਕੂਲ ਗਏ ਅਤੇ ਉਸ ਹਿਸਾਬ ਨਾਲ ਸਾਨੂੰ ਕੀ ਨਾਮ ਮਿਲ ਜਾਏਗਾ। ਇੱਥੇ
ਫਲ ਉਹਦਾ ਆ ਜਿਹੜਾ ਸਾਡੇ ਦਿਲ 'ਚ ਆ, ਸਾਡੇ ਮਨ 'ਚ ਆ। ਔਰ ਦਿਲ ਦੇ ਵਿੱਚ, ਮਨ ਦੇ ਵਿੱਚ ਕੋਈ ਧੱਕੇ ਨਾਲ ਘੋਲ ਕੇ ਨਹੀਂ ਪਾ ਸਕਦਾ, ਇਹ ਸਾਨੂੰ ਖੁਦ ਹੀ ਪਾਉਣਾ ਪਵੇਗਾ। ਔਰ ਉਹਨੂੰ ਪਾਉਣ ਦੇ ਲਈ ਸਾਨੂੰ ਆਪਣਾ ਮੂੰਹ ਖੋਲ੍ਹਣਾ ਹੀ ਪਏਗਾ ਕਿ ਪ੍ਰਭੂ ਤੂੰ ਬੁੱਧ ਗਿਆਨ ਆਤਮਾ ਦੇ, ਜੇ ਮੈਨੂੰ ਕਿਸੇ ਦੀ ਸਮਝ ਨਹੀਂ ਆ ਰਹੀ ਤਾਂ ਤੂੰ ਦੱਸ, ਕਿਉਂਕਿ ਤੂੰ ਕਿਹਾ ਮੈਂ ਤਾਂ ਆਪ ਦੇਹ ਦਾ ਬਚਾਉਣ ਵਾਲਾ ਆ। ਤੂੰ ਮੇਰੀ ਦੇਹ ਨੂੰ, ਮੇਰੇ ਆਤਮਾ ਨੂੰ, ਮੇਰੇ ਰੂਹ ਜਿਸਮ ਜਾਨ ਨੂੰ ਨਵਾਂ ਕਰ, ਸ਼ੁੱਧ ਕਰ, ਪਵਿੱਤਰ ਕਰ। ਤੂੰ ਜੋ ਮੈਨੂੰ ਸਿਖਾਉਣ ਵਾਲਾ, ਮੈਨੂੰ ਕਿਸੇ ਹੋਰ ਤੋਂ ਸਿੱਖਣ ਦੀ ਲੋੜ ਨਾ ਪਵੇ। ਹਾਲੇਲੂਇਆ। ਤਾਂ ਸੱਚਮੁੱਚ ਤੁਸੀਂ ਜਿੱਥੇ ਬਹਿ ਜਾਓਗੇ ਉੱਥੇ ਪ੍ਰਭੂ ਦਾ ਮੰਦਿਰ ਬਣ ਜਾਏਗਾ। ਮੈਂ ਕਹਿੰਦੀ ਆਤਮਾ ਦੀ ਬਾਰਿਸ਼ ਅਜਿਹੀ ਹੋਵੇਗੀ ਕਿ ਤੁਸੀਂ ਇਹ ਮਹਿਸੂਸ ਕਰੋਗੇ ਕਿ ਤੁਸੀਂ ਧਰਤੀ 'ਤੇ ਨਹੀਂ ਆ, ਤੁਸੀਂ ਸਵਰਗ ਦੇ ਵਿੱਚ ਇੱਕ ਠੰਡੀ ਜਗ੍ਹਾ 'ਤੇ ਪਰਮੇਸ਼ਰ ਦੇ ਕੋਲ ਬੈਠੇ ਆ ਅਤੇ ਤੁਹਾਨੂੰ ਕੋਈ ਬੋਝ, ਕੋਈ ਪਰੇਸ਼ਾਨੀ ਨਹੀਂ। ਇੱਕ ਅਜਿਹੀ ਸ਼ਾਂਤੀ ਹੋਏਗੀ ਜੋ ਜੱਗ ਤੋਂ ਅਨੋਖੀ ਸ਼ਾਂਤੀ ਹੋਏਗੀ। ਹਾਲੇਲੂਇਆ। ਤਾਂ ਆਵਾਜ਼ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਖੁਦਾਵੰਦ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਪ੍ਰਭੂ ਜੀ ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ, ਜੋ ਅੱਜ ਦਾ ਇਹ ਸੁੰਦਰ ਸਮਾਂ, ਅੱਜ ਦੇ ਖਾਸ ਦਿਨ ਦੇ ਰੂਪ ਦੇ ਵਿੱਚ ਤੁਸੀਂ ਸਾਨੂੰ ਦਿੱਤਾ ਪਿਤਾ ਜੀ। ਨਵੇਂ ਸਾਹ, ਨਵੀਂ ਤਾਕਤ ਅਤੇ ਨਵੇਂ ਬਲ ਦੇ ਨਾਲ ਤੁਸੀਂ ਸਾਨੂੰ ਭਰਿਆ ਪਿਤਾ ਪਰਮੇਸ਼ਰ। ਤੁਸੀਂ ਆਪਣੇ ਦੂਤਾਂ ਨੂੰ ਸਾਡੀ ਰਕਸ਼ਾ ਹਿਫਾਜ਼ਤ ਦੇ ਲਈ ਭੇਜਿਆ ਪਿਤਾ ਜੀ। ਸੱਚਮੁੱਚ ਤੁਸੀਂ ਸਾਨੂੰ ਇਕੱਲੇ ਨਹੀਂ ਛੱਡਿਆ, ਤੁਸੀਂ ਸਾਨੂੰ ਤਿਆਗਿਆ ਨਹੀਂ, ਤੁਸੀਂ ਸਾਨੂੰ ਬਖਸ਼ਿਆ ਅਤੇ ਬਚਾ ਲਿਆ ਪਿਤਾ ਜੀ। ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ। ਸੱਚਮੁੱਚ ਅਗਰ ਤੁਸੀਂ ਇਜ਼ਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਨਾ ਲੈ ਕੇ ਆਉਂਦੇ ਤਾਂ ਅੱਜ ਅਸੀਂ ਇਸ ਧਰਤੀ 'ਤੇ ਨਾ ਹੁੰਦੇ ਖੁਦਾਵੰਦ। ਵਾਰ-ਵਾਰ ਤੁਸੀਂ ਸਾਨੂੰ ਬਖਸ਼ਿਆ ਅਤੇ ਆਪਣੇ ਵਚਨ ਦੇ ਨਾਲ ਸਿਖਾਇਆ, ਸੰਭਾਲਿਆ, ਤਾੜਿਆ, ਪਰ ਅਸੀਂ ਪਾਪੀ ਤੇ ਗੁਨੇਗਾਰ ਵਾਰ-ਵਾਰ ਪਾਪ 'ਚ ਡਿੱਗ ਜਾਂਦੇ ਔਰ ਵਾਰ-ਵਾਰ ਤੁਹਾਡੇ ਵਚਨ ਤੋਂ ਬੇਮੁਖ ਹੋ ਜਾਣੇ ਖੁਦਾਵੰਦ। ਫਿਰ ਵੀ ਤੁਸੀਂ ਸਾਨੂੰ ਫਿਰ ਤੋਂ ਅਤੇ ਨਵੀਂ ਜ਼ਿੰਦਗੀ, ਨਵਾਂ ਜੀਵਨ, ਨਵਾਂ ਨੇਮ ਦਿੱਤਾ, ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਕੁਰਬਾਨ ਕੀਤਾ। ਸੱਚਮੁੱਚ ਖੁਦਾਵੰਦ ਤੁਹਾਡੀ ਉਸ ਕੁਰਬਾਨੀ ਦੇ ਉੱਤੇ ਅਸੀਂ ਵਾਰੇ ਜਾਈਏ ਪਿਤਾ, ਅਸੀਂ ਉਹਨੂੰ ਭੁੱਲੀਏ ਨਾ ਪਿਤਾ, ਪਰ ਉਹ ਕੁਰਬਾਨੀ ਹਰ ਵੇਲੇ ਸਾਡੀਆਂ ਅੱਖਾਂ ਦੇ ਸਾਹਮਣੇ ਹੋਵੇ। ਅਸੀਂ ਤੁਹਾਡੇ ਹਜ਼ੂਰੀ 'ਚ ਵਧੀਏ ਅਤੇ ਤੁਹਾਡੀ ਉਸ ਕੁਰਬਾਨੀ ਦਾ ਮੁੱਲ ਤਾਰ ਸਕੀਏ ਪ੍ਰਭੂ ਜੀ। ਤੁਸੀਂ ਉਹ ਕੁਰਬਾਨੀ ਇਸ ਲਈ ਕੀਤੀ ਕਿ ਅਸੀਂ ਨਾਸ਼ ਨਾ ਕੀਤੇ ਜਾਈਏ, ਅਸੀਂ ਬਚਾ ਲੈ ਜਾਈਏ, ਅਸੀਂ ਧਰਤੀ ਦੇ ਵਿੱਚ ਸੜਨ ਜੋਗੇ ਨਾ ਰਹੀਏ, ਅਸੀਂ ਨਰਕ ਦੇ ਵਿੱਚ ਸੜਨ ਦੇ ਲਈ ਨਾ ਸਿੱਟੇ ਜਾਈਏ, ਪਰ ਅਸੀਂ ਸਦਾ ਦੇ ਜੀਵਨ ਨੂੰ ਪ੍ਰਾਪਤ ਕਰੀਏ। ਔਰ ਉਸ ਸਦਾ ਦੇ ਜੀਵਨ ਨੂੰ ਪਾਉਣਾ ਤੁਹਾਡੀ ਆਤਮਾ ਤੋਂ ਬਿਨਾਂ ਅਨਹੋਣਾ ਆ ਖੁਦਾਵੰਦ। ਆਪਣੇ ਸੱਚੇ ਸਹਾਇਕ ਪਵਿੱਤਰ ਆਤਮਾ ਨੂੰ ਸਾਡੇ ਲਈ ਭੇਜੋ ਪਿਤਾ ਜੀ, ਤਾਂ ਜੋ ਤੁਹਾਡੇ ਗਹਿਰੇ ਭੇਤਾਂ ਨੂੰ ਸਾਡੇ ਤੇ ਪ੍ਰਗਟ ਕਰੇ, ਤਾਂ ਜੋ ਅਸੀਂ ਤੁਹਾਡੇ ਵਚਨਾਂ, ਤੁਹਾਡੇ ਗਿਆਨ, ਤੁਹਾਡੇ ਬੁੱਧ ਦੇ ਨਾਲ ਅੰਦਰੋਂ ਭਰਪੂਰ ਹੋਈਏ ਪਿਤਾ। ਸਾਡੇ ਅੰਦਰ ਦਾ ਹਰ ਇੱਕ ਖਾਲੀ ਕੋਨਾ ਤੁਹਾਡੇ ਗਿਆਨ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ, ਕਿਉਂਕਿ ਸੱਚਮੁੱਚ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਮੈਂ ਆਕਾਸ਼ ਤੇ ਧਰਤੀ ਦਾ ਮਾਲਿਕ ਹੋ ਕੇ ਇਨਸਾਨ ਦੇ ਹੱਥ ਦੇ ਬਣਾਏ ਮੰਦਿਰਾਂ ਦੇ ਵਿੱਚ ਨਹੀਂ ਵਸਦਾ ਖੁਦਾਵੰਦ। ਸੱਚਮੁੱਚ ਤੁਸੀਂ ਮੰਦਿਰਾਂ ਦੇ ਵਿੱਚ ਨਹੀਂ ਵਸਦੇ। ਸੱਚਮੁੱਚ ਧੰਨ ਅਸੀਂ ਆ ਖੁਦਾਵੰਦ ਜੋ ਤੁਸੀਂ ਸਾਨੂੰ ਆਪਣੀ ਪਵਿੱਤਰ ਹੈਕਲ ਹੋਣ ਦੇ ਲਈ ਚੁਣਿਆ ਖੁਦਾਵੰਦ। ਸੱਚਮੁੱਚ ਅਸੀਂ ਧੰਨ ਆ ਪਿਤਾ ਜੀ ਜੋ ਸਾਡਾ ਪਰਮੇਸ਼ਰ ਯਹੋਵਾ ਆ, ਜੋ ਤੁਸੀਂ ਸਾਨੂੰ ਨਰਕ ਦੇ ਖੱਡੇ ਦੇ ਵਿੱਚੋਂ ਬਾਹਰ ਕੱਢਿਆ ਪਿਤਾ ਜੀ, ਜੋ ਸੱਚਮੁੱਚ ਤੁਸੀਂ ਸਾਨੂੰ ਇਸ ਯੋਗ ਬਣਾਇਆ ਕਿ ਤੁਸੀਂ ਸਾਡੇ ਵਿੱਚ ਵਾਸ ਕਰ ਸਕੋ ਪਿਤਾ ਪਰਮੇਸ਼ਰ। ਤੁਸੀਂ ਸਾਡੇ ਲਈ ਆਪਣੇ ਜ਼ਿੰਦਾ ਅਤੇ ਸਾਮਰਥੀ ਵਚਨ ਦਿੱਤੇ ਪ੍ਰਭੂ ਜੀ, ਤਾਂ ਜੋ ਅਸੀਂ ਤੁਹਾਡੇ ਜਿਉਂਦੇ ਪਰਮੇਸ਼ਰ ਤੋਂ ਬੇਮੁਖ ਨਾ ਹੋਈਏ, ਅਸੀਂ ਦੁਸ਼ਟਾਂ ਦੇ ਮਨ ਤੇ ਨਾ ਚੱਲੀਏ, ਅਸੀਂ ਅਵਿਸ਼ਵਾਸੀ ਨਾ ਹੋਈਏ ਪਿਤਾ ਪਰਮੇਸ਼ਰ। ਸੱਚਮੁੱਚ ਤੁਸੀਂ ਕਿਹਾ ਕਿ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰੋ ਤਾਂ ਜੋ ਕੋਈ ਪਾਪ ਦੇ ਵਿੱਚ ਨਾ ਡਿੱਗੇ ਖੁਦਾਵੰਦ। ਸਾਡੀ ਮਦਦ, ਸਹਾਇਤਾ, ਅਗਵਾਈ ਕਰੋ, ਸਾਨੂੰ ਗਿਆਨ ਬੁੱਧ ਦਾ ਆਤਮਾ ਦਿਓ ਪਿਤਾ ਜੀ, ਤਾਂ ਜੋ ਅਸੀਂ ਤੁਹਾਡੇ ਗਿਆਨ ਬੁੱਧ ਦੇ ਨਾਲ ਪਿਤਾ ਹਰ ਇੱਕ ਨੂੰ ਉਪਦੇਸ਼ ਦੇ ਸਕੀਏ, ਤੁਹਾਡੇ ਸੱਚੇ ਕਲਾਮ ਨੂੰ ਲੋਕਾਂ ਤੱਕ ਪਹੁੰਚਾ ਸਕੀਏ। ਬਹੁਤ ਸਾਰੀਆਂ ਰੂਹਾਂ ਤੁਹਾਡੇ ਜ਼ਿੰਦਾ ਅਤੇ ਸਾਮਰਥੀ ਵਚਨਾਂ ਦੇ ਨਾਲ ਬਚਾ ਲਈਆਂ ਜਾਣ ਪਰਮੇਸ਼ਰ ਪਿਤਾ। ਸੱਚਮੁੱਚ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਆ ਉੱਥੇ ਮੈਂ ਉਹਨਾਂ ਦੇ ਵਿਚਕਾਰ ਆ ਪਿਤਾ ਪਰਮੇਸ਼ਰ। ਸੱਚਮੁੱਚ ਆਤਮਾ ਦੇ ਰਿਸ਼ਤੇ ਦੇ ਨਾਲ ਅਸੀਂ ਜੋ ਬੰਨੇ ਹੋਏ ਆ, ਅੱਜ ਦੀ ਇਸ ਦੁਆ ਦੇ ਦੁਆਰਾ ਅਸੀਂ ਤੁਹਾਡੀ ਸੰਗਤੀ ਕਰ ਰਹੇ ਹਾਂ ਪਿਤਾ ਜੀ। ਅੱਜ ਤੁਸੀਂ ਸਾਡੇ ਵਿਚਕਾਰ ਹੋ ਪਿਤਾ, ਅਸੀਂ ਵਿਸ਼ਵਾਸ ਕਰਦੇ ਕਿ ਤੁਸੀਂ ਸਾਡੀ ਸੁਣਨ ਵਾਲੇ ਅਤੇ ਉੱਤਰ ਦੇਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ, ਕਿਉਂਕਿ ਸੱਚਮੁੱਚ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਤੁਸੀਂ ਸਾਰੇ ਮਿਲ ਕੇ ਇੱਕ ਸੰਗ ਜੁੜ ਕੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਵਿੱਤਰ ਹੈਕਲ ਹੋ। ਸੱਚਮੁੱਚ ਖੁਦਾਵੰਦ ਅੱਜ ਜਿੰਨੇ ਵੀ ਭੈਣ ਭਾਈ ਆਤਮਾ ਦੇ ਦੁਆਰਾ ਇਸ ਦੁਆ ਦੇ ਵਿੱਚ ਜੁੜੇ ਹੋਏ ਨੇ, ਸੱਚਮੁੱਚ ਇਹ ਤੁਹਾਡੀ ਪਵਿੱਤਰ ਹੈਕਲ ਨੇ ਖੁਦਾਵੰਦ। ਤੁਸੀਂ ਕਿਹਾ ਕਿ ਪਰਮੇਸ਼ਰ ਦਾ ਭਵਨ ਤੁਸੀਂ ਹੋ ਪਿਤਾ ਜੀ, ਅਸੀਂ ਸੱਚਮੁੱਚ ਤੁਹਾਡਾ ਭਵਨ ਆ। ਸਾਡਾ ਦਿਲ, ਸਾਡਾ ਰੂਹ, ਸਾਡੇ ਜਿਸਮ, ਸਾਡੇ ਜਾਨ ਦੇ ਉੱਤੇ ਤੁਹਾਡਾ ਕਬਜ਼ਾ ਵਾਸ ਹੋਵੇ। ਇਸ ਪਵਿੱਤਰ ਹੈਕਲ ਨੂੰ ਹੋਰ ਵੀ ਪਵਿੱਤਰ ਸ਼ੁੱਧ ਕਰੋ ਪਿਤਾ ਜੀ। ਬੇਸ਼ੱਕ ਸਾਡਾ ਸਰੀਰ ਨਾਸ਼ ਕੀਤਾ ਜਾਵੇ, ਪਰ ਸਾਡੀ ਆਤਮਾ ਦੇ ਬਚਣ ਯੋਗ ਫਲ ਸਾਨੂੰ ਦਿਓ
ਪਿਤਾ। ਅਸੀਂ ਪਿਆਰ ਅਤੇ ਸ਼ੁਭ ਕਰਮਾਂ ਦੇ ਵਿੱਚ ਵਾਧੇ ਜਾਈਏ, ਅਸੀਂ ਤੁਹਾਡੇ ਨਾਮ, ਤੁਹਾਡੇ ਗਿਆਨ ਨੂੰ ਵਧਾਈਏ ਪਿਤਾ ਜੀ। ਤੁਹਾਡਾ ਬੋਲਣਾ, ਤੁਹਾਡਾ ਦੱਸਣਾ ਸਾਡੇ ਲਈ ਕੰਮ ਕਰੇ ਪਿਤਾ ਪਰਮੇਸ਼ਰ। ਤੁਸੀਂ ਜਿਸ ਮਕਸਦ ਦੇ ਨਾਲ ਵਚਨ ਲਿਖਿਆ, ਅਸੀਂ ਉਸੇ ਮਕਸਦ ਦੇ ਨਾਲ ਇਸ ਨੂੰ ਸਮਝ ਸਕੀਏ। ਜਿਸ ਮਕਸਦ ਦੇ ਲਈ ਤੁਸੀਂ ਇਹ ਵਚਨ ਦਿੱਤਾ, ਅਸੀਂ ਉਸ ਮਕਸਦ ਨੂੰ ਪੂਰਾ ਕਰੀਏ ਪਿਤਾ ਪਰਮੇਸ਼ਰ। ਜੋ ਤੁਹਾਡਾ ਸਾਡੀ ਜ਼ਿੰਦਗੀ ਦੇ ਵਿੱਚ ਹਿੱਸਾ, ਸਾਡੀ ਜ਼ਿੰਦਗੀ 'ਚ ਜੋ ਤੁਹਾਡਾ ਕੰਮ ਆ ਪਿਤਾ, ਜਿਸ ਖਾਸ ਮਕਸਦ ਦੇ ਲਈ ਤੁਸੀਂ ਸਾਨੂੰ ਰਚਿਆ, ਸਾਨੂੰ ਘੜਿਆ, ਸਾਨੂੰ ਬਣਾਇਆ ਪਿਤਾ ਜੀ, ਉਸ ਖਾਸ ਮਕਸਦ ਨੂੰ ਅਤੇ ਆਪਣੇ ਗਹਿਰੇ ਭੇਤਾਂ ਨੂੰ ਸਾਡੇ 'ਤੇ ਪ੍ਰਗਟ ਕਰੋ ਪਿਤਾ ਜੀ, ਤਾਂ ਜੋ ਅਸੀਂ ਆਪਸ ਵਿੱਚ ਇੱਕ ਮਨ ਹੋਈਏ, ਆਤਮਾ ਦੇ ਰਿਸ਼ਤੇ 'ਚ ਬੰਨੀਏ, ਆਪਸੀ ਪਿਆਰ, ਮਿਲਵਰਤਨ, ਸੱਚੀ ਸ਼ਾਂਤੀ, ਦਇਆ, ਭਾਵਨਾ, ਨਮਰਤਾ, ਭਲਾਈ ਅਤੇ ਦਿਆਲਗੀ ਦਾ ਪਿੱਛਾ ਕਰੀਏ। ਧੀਰਜ, ਪਿਆਰ, ਆਨੰਦ ਅਤੇ ਸ਼ਾਂਤੀ ਨੂੰ ਪ੍ਰਾਪਤ ਕਰੀਏ ਪਿਤਾ। ਆਤਮਿਕ ਦਾਨਾਂ ਤੇ ਵਰਦਾਨਾਂ ਨਾਲ ਭਰੀਏ ਪ੍ਰਭੂ ਜੀ। ਇੱਕ ਦੂਜੇ ਨੂੰ ਉਪਦੇਸ਼ ਦਈਏ ਤੇ ਕਿੰਨਾ ਹੀ ਵਧੇਰੇ ਇੱਕ ਦੂਜੇ ਦੇ ਨੇੜੇ ਆਈਏ ਪਿਤਾ। ਦਿਨ ਪ੍ਰਤੀ ਦਿਨ ਤੁਹਾਡੇ ਨਾਮ ਦੇ ਵਿੱਚ ਵਾਧੇ ਚਲੇ ਜਾਈਏ। ਸਾਡਾ ਉੱਠਣਾ, ਬੈਠਣਾ, ਬੋਲਣਾ, ਚੱਲਣਾ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਕਬੂਲ ਕਰਨ ਯੋਗ ਹੋਵੇ ਪਿਤਾ ਜੀ। ਅਸੀਂ ਜਿਸ ਵੀ ਜਗ੍ਹਾ ਤੇ ਬੈਠੀਏ, ਚਾਹੇ ਉਜਾੜ ਦੇ ਵਿੱਚ, ਹਰਿਆਲੀ ਦੇ ਵਿੱਚ, ਬੰਦ ਕਮਰੇ ਦੇ ਵਿੱਚ, ਸੰਗਤੀ ਦੇ ਵਿੱਚ, ਸਾਡਾ ਬੈਠਣਾ ਉੱਠਣਾ ਤੁਹਾਨੂੰ ਪਸੰਦ ਆਵੇ। ਤੁਹਾਡਾ ਦੱਸਿਆ ਜਾਣਾ, ਪਵਿੱਤਰ ਕਲਾਮਾਂ ਦਾ ਖੋਲ੍ਹਿਆ ਜਾਣਾ ਸਾਡੇ ਲਈ 1000 ਗੁਣਾ ਪ੍ਰਤੀਫਲ ਲੈ ਕੇ ਆਵੇ ਪਿਤਾ ਪਰਮੇਸ਼ਰ। ਸਾਡੀ ਅਕਲ ਬੁੱਧ ਤੇ ਪਏ ਹੋਏ ਭਾਰੇ ਪਰਦੇ ਨੂੰ, ਲੱਗੇ ਹੋਏ ਤਾਲੇ ਨੂੰ ਅੱਜ ਖੋਲੋ ਖੁਦਾਵੰਦ, ਤਾਂ ਜੋ ਅਸੀਂ ਗਿਆਨ ਨੂੰ ਸਿਰਫ ਸੁਣਨ ਵਾਲੇ ਨਾ ਪਰ ਸੁਣਾਉਣ ਵਾਲੇ ਵੀ ਹੋ ਜਾਈਏ। ਅਸੀਂ ਸਿਰਫ ਆਪਣੀ ਜ਼ਿੰਦਗੀ ਬਚਾਉਣ ਵਾਲੇ ਨਾ ਪਰ ਹੋਰਨਾਂ ਰੂਹਾਂ ਨੂੰ ਵੀ ਬਚਾਉਣ ਵਾਲੇ ਹੋ ਜਾਈਏ। ਅੱਜ ਦੇ ਦਿਨ ਦੀ ਖਾਸ ਕਿਰਪਾ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹੋਏ ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਹੋਏ ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ, ਆਮੇਨ, ਆਮੇਨ।